ਸਟੈਪ ਜੀ ਉਹ ਪਈ ਅੰਦਰ ਰਾਉਂਡ ਅਪ ਤੇ ਉਹ ਰੱਸਾ ਪਿਆ, ਆਹੀ ਸਟੈਪ ਹੁਣ ਰਹਿ ਤਾਂ ਕੁਛ ਗਿਆ ਨਹੀਂ। ਜਦੋਂ ਪੈਸੇ ਹੀ ਖਤਮ ਹੋ ਗਏ ਉਦੋਂ ਜਾ ਕੇ ਅਸੀਂ ਐਜੀਟੇਸ਼ਨ ਕੀਤਾ ਵੀ ਸਾਡੇ ਕੋਲ ਪੈਸਾ ਹੀ ਖਤਮ ਹੋ ਗਿਆ, ਅਸੀਂ ਕਿੰਨਾ ਕੁ ਕੋਲੋਂ ਪੈਸਾ ਲਾਉਣਾ। ਇੱਥੇ ਸਾਡੀ ਕੋਈ ਸਾਰ ਨਹੀਂ ਲੈਂਦਾ। ਇੱਕ ਮੁੰਡੇ ਨੂੰ ਤਾਂ ਸੱਪ ਲੜ ਗਿਆ ਸੀ ਜੀ, ਤੇ ਇੱਕ ਆ ਜਦੋਂ ਇੱਥੇ ਬੈਠੇ ਸੀ ਇੱਕ ਮੁੰਡੇ ਦੇ ਉੱਤੇ ਗੋਹ ਡਿੱਗ ਪਈ ਸੀ। ਚੋਰੀ ਆਉਂਦੇ ਆ ਮਾਲਕ ਤੋਂ ਚੋਰੀ, ਜਦੋਂ ਹੀ ਮਾਲਕ ਨੂੰ ਪਤਾ ਲੱਗ ਜਾਂਦਾ ਉਹ ਆਉਂਦਾ ਇੱਥੇ ਡਾਂਗ ਲੈ ਕੇ ਵੀ ਪੈਸੇ ਕਾਹਤੋਂ ਨਹੀਂ ਦਿੰਦੇ ਮੇਰੇ। ਪ੍ਰਾਈਮ ਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਇਸ ਟਾਈਮ ਅਸੀਂ ਖੜੇ ਹਾਂ ਜਗਰਾਉਂ ਦੇ ਪਿੰਡ ਗਾਲਬ ਕਲਾਂ ਦੇ ਵਿਖੇ। ਤੁਸੀਂ ਦੇਖ ਸਕਦੇ ਹੋ ਇਹ ਗਾਲਬ ਕਲਾਂ ਦਾ ਪਿੰਡ ਹੈ ਤੇ ਇੱਥੇ ਤੁਹਾਨੂੰ ਬੋਰਡ ਨਜ਼ਰ ਆ ਰਿਹਾ ਲੁਧਿਆਣਾ ਤਲਵੰਡੀ ਟੋਲ ਰੋਡ ਪ੍ਰਾਈਵੇਟ ਲਿਮਟਿਡ ਲੁਧਿਆਣਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਬੋਰਡ ਤੁਹਾਨੂੰ ਨਜ਼ਰ ਆ ਰਿਹਾ ਹੈ। ਪਰ ਇੱਕ ਨਿੱਜੀ ਕੰਪਨੀ ਦਾ ਇਹ ਕਹਿ ਸਕਦੇ ਹਾਂ ਵੀ ਸਟੋਰ ਕਹਿ ਲਈਏ ਜਾਂ ਕੈਂਪ ਹੈ ਜਿੱਥੇ ਉਹ ਆਪਣਾ ਰॉ ਮਟੀਰੀਅਲ ਇੱਥੇ ਜਮ੍ਹਾਂ ਕਰਦੇ ਨੇ, ਹੋਟਲ ਦਾ ਸਮਾਨ ਇੱਥੇ ਰੱਖਦੇ ਨੇ। ਸੋ ਇਹ ਉਹ ਕੰਪਨੀ ਹੈ ਜਿਹਨੇ ਫਿਰੋਜ਼ਪੁਰ ਰੋਡ ਆ ਜਿਹੜਾ ਜਾਂਦਾ ਲੁਧਿਆਣਾ ਤਲਵੰਡੀ ਰੋਡ ਆ ਉਹ ਬਣਾਇਆ ਸੀਗਾ। ਸੋ ਤੁਹਾਨੂੰ ਇਹ ਵੀ ਦੱਸ ਦਈਏ ਉਹ ਕੰਪਨੀ ਨੇ ਬਣਾਇਆ ਵਾ, ਜਿਸ ਦਾ ਜ਼ਿਕਰ MP ਰਵਨੀਤ ਸਿੰਘ ਬਿੱਟੂ ਨੇ ਇੱਕ ਨਿੱਜੀ ਚੈਨਲ ਉੱਤੇ ਕਿਹਾ ਸੀਗਾ ਵੀ ਤੁਸੀਂ ਸਾਨੂੰ ਪਤਾ ਕੀ ਕਰਦੇ ਹੋ, ਤੁਸੀਂ ਸੜਕਾਂ ਬਣਾਉਂਦੇ ਹੋ ਤੇ ਕਿਹੋ ਜਿਹੀ ਤੁਸੀਂ ਸੜਕਾਂ ਬਣਾਉਂਦੇ ਹੋ। ਇਹਦਾ ਵੀ ਜ਼ਿਕਰ ਉਹਨਾਂ ਨੇ ਕੀਤਾ ਸੀਗਾ। ਇਹ ਉਸ ਵੱਡੇ ਚੈਨਲ ਦੇ ਮਾਲਕ ਦੀ ਕੰਪਨੀ ਹੈਗੀ ਹੈ। ਸੋ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਲੱਗੇਗਾ ਵੀ ਉਜਾੜੇ ਦੇ ਵਿੱਚ ਇਹ ਨੌਜਵਾਨ ਧਰਨਾ ਕਿਉਂ ਲਾ ਕੇ ਬੈਠੇ ਨੇ। ਸੋ ਕਿਸਾਨ ਜਥੇਬੰਦੀਆਂ ਧਰਨਾ ਲਾ ਕੇ ਬੈਠੀਆਂ ਨੇ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਸਾਡੇ ਹੱਕ ਮਾਰਨਗੀਆਂ, ਪਰ ਇਹਨਾਂ ਨੌਜਵਾਨਾਂ ਦਾ ਹੱਕ ਵੱਡੀ ਕੰਪਨੀ ਨੇ ਮਾਰਿਆ ਹੋਇਆ ਹੈ। ਇਹ ਉਸ ਵੱਡੀ ਕੰਪਨੀ ਨੇ ਹੱਕ ਮਾਰਿਆ ਜਿਹੜੀ ਭਾਜਪਾ ਦੀ ਦਲਾਲ ਬਣ ਕੇ ਇੱਕ ਨਿੱਜੀ ਚੈਨਲ ਚਲਾਉਂਦੀ ਹੈ। ਤੇ ਨਾਲੇ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਰੋਡ ਆ ਇਹ ਬਣਿਆ ਹੋਇਆ। ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਇਹਨਾਂ ਦੀ ਸਮੱਸਿਆ ਹੈਗੀਆਂ ਨੇ। ਬਾਈ ਜੀ ਕੀ ਤੁਹਾਡੀ ਸਮੱਸਿਆ ਹੈਗੀਆਂ ਨੇ, ਕਿਉਂ ਤੁਸੀਂ ਇੱਥੇ ਉਜਾੜੇ ਵਿੱਚ ਬੈਠੇ ਹੋ? ਆਜੋ। 4 ਮਹੀਨੇ ਹੋ ਗਏ ਸਾਡੀ ਤਨਖਾਹ ਨੂੰ ਜੀ, ਠੀਕ ਹੈ ਜੀ। 4 ਮਹੀਨੇ ਤੋਂ ਜਾਣੀ ਸਾਨੂੰ ਕੋਈ ਪੈਸਾ 1 ਰੁਪਿਆ ਨਹੀਂ ਮਿਲਿਆ ਜੀ। ਅਸੀਂ ਚਲੋ ਦੱਬ ਘੁੱਟ ਕੇ ਸਾਰੀ ਆਉਂਦੇ ਸੀ, ਚਾਚੇ ਤੋਂ ਭਰਾਵਾਂ ਤੋਂ ਸਾਰਿਆਂ ਨੇ, ਕਿਸੇ ਨੇ ਰਿਸ਼ਤੇਦਾਰ ਤੋਂ ਪੈਸੇ ਲੈ ਕੇ ਆਪਦਾ ਘਰ ਦਾ ਗੁਜ਼ਾਰਾ ਚਲਾਉਣਾ। ਪੈਸੇ ਸਾਡੇ ਸਿਰ ਫੁੱਲ ਚੜੇ ਪਏ ਆ। ਤੁਸੀਂ ਕੀ ਕਰਦੇ ਹੋ ਇੱਥੇ? ਤੁਸੀਂ ਇੱਥੇ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਜੀ। ਮੋਟਰ ਖਰਾਬ ਆ, ਕੱਪੜੇ ਸਾਥੋਂ ਨਹੀਂ ਧੋਤੇ ਜਾਂਦੇ ਕਿਉਂਕਿ ਮੋਟਰ ਖਰਾਬ ਆ, ਪਾਣੀ ਹੈ ਨਹੀਂਗਾ। ਬਾਈ 4 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੇਗੀ, ਕਿਵੇਂ ਗੁਜ਼ਾਰਾ ਚੱਲਦਾ ਤੁਹਾਡੇ ਘਰ ਦਾ? ਗੁਜ਼ਾਰਾ ਹੀ ਆ ਰਿਸ਼ਤੇਦਾਰਾਂ ਤੋਂ, ਕੋਈ ਆਪਦੇ ਭਰਾ ਤੋਂ ਫੜੀ ਬੈਠਾ, ਕੋਈ ਮੈਂ ਆਪਦੇ ਚਾਚੇ ਤੋਂ ਅੱਜ ਵੀ ਗਾਲਾਂ ਕੱਢਦੇ, ਮੈਨੂੰ ਕਹਿੰਦਾ ਵੀ ਪੈਸੇ ਨਹੀਂ ਤੂੰ ਦਿੰਦਾ। ਮੈਂ ਕਿਹਾ ਅੱਜ ਆਉਂਦੇ ਆ ਉਹ, ਅੱਜ ਕਰਦੇ ਆ ਗੱਲਬਾਤ। ਇੱਥੇ ਜਿਹੜਾ ਤੁਸੀਂ ਬੈਠੇ ਆ ਕੈਂਪ ਬਣਿਆ ਹੋਇਆ ਵਾ ਇਹ, ਇੱਥੇ ਕੀ ਕਿਸ ਕੰਮ ਲਈ ਬਣਾਇਆ ਗਿਆ ਸੀ ਇਹ ਸਰ ਜੀ ਜਿਹੜਾ ਆਪਣਾ ਰੋਡ ਆ ਲੁਧਿਆਣੇ ਤੋਂ ਇੱਧਰ ਤਲਵੰਡੀ ਨੂੰ, ਉਸ ਕਰਕੇ ਇਹ ਪਲਾਂਟ ਇੱਥੇ ਲੱਗਿਆ ਸੀਗਾ। ਰੋਡ ਬਣਦਾ ਸੀਗਾ ਇੱਥੇ ਮੰਨ ਕੇ ਚੱਲੋ 3-4 ਤਾਂ ਜਿਹੜੇ ਵੱਡੇ ਆਹ ਰੋਡ ਬਣਾਉਂਦੇ ਸੀਗੇ, 3-4 ਤਾਂ ਉਹ ਬਦਲ ਗਏ। ਇੱਥੇ ਪੈਸੇ ਉਹਨਾਂ ਨੂੰ ਕੋਈ ਦਿੰਦਾ ਨਹੀਂ ਸੀਗਾ, ਉਹ ਹੋਰ ਆ ਜਾਂਦਾ ਸੀ। ਹੁਣ ਇਹ ਖੇਤ ਵਾਲਿਆਂ ਨਾਲ ਵੀ ਇਹਨਾਂ ਦਾ ਘੱਟੋ ਘੱਟ 2.5 ਸਾਲ ਤੋਂ ਇਹ ਬੰਦ ਆ। ਖੇਤ ਵਾਲਿਆਂ ਨਾਲ ਵੀ ਇਹਨਾਂ ਦਾ ਚੱਲਦਾ ਵਾ, ਉੱਥੇ ਕੋਰਟ ਕਚਹਿਰੀਆਂ 'ਚ ਜਾਂਦੇ ਆ। ਇੱਥੇ ਸਾਡੀ ਕੋਈ ਸਾਰ ਨਹੀਂ ਲੈਂਦਾ। ਇੱਕ ਮੁੰਡੇ ਨੂੰ ਤਾਂ ਸੱਪ ਲੜ ਗਿਆ ਸੀ, ਤੇ ਇੱਕ ਆ ਜਦੋਂ ਇੱਥੇ ਬੈਠੇ ਸੀ ਇੱਕ ਮੁੰਡੇ ਦੇ ਉੱਤੇ ਗੋਹ ਡਿੱਗ ਪਈ ਸੀ ਰਾਤ ਨੂੰ। ਤੇ ਕੋਈ ਇੱਥੇ ਲਾਈਟ ਦਾ ਪ੍ਰਬੰਧ ਨਹੀਂ, ਕੋਈ ਇੱਥੇ ਜਨਰੇਟਰ ਦਾ ਪ੍ਰਬੰਧ ਨਹੀਂ, ਸਭ ਤਹਿਸ ਨਹਿਸ ਹੋਇਆ ਪਿਆ। ਸਾਰ ਸਾਡੀ ਕੋਈ। ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦੇ ਨੂੰ? ਸਾਨੂੰ ਜੀ ਘੱਟੋ ਘੱਟ ਹੋ ਗਿਆ ਉਹ ਸਾਲ ਦੇ ਨੇੜੇ ਹੀ ਹੋ ਗਿਆ। ਇਹ ਤਾਂ ਮੇਥੋਂ ਵੱਧ ਪ੍ਰੋਬਲਮ ਹੋਣ ਲੱਗੀ ਕਿ ਸ਼ੁਰੂ ਤੋਂ ਹੀ ਪ੍ਰੋਬਲਮ ਆਉਂਦੀ ਸੀ? ਸ਼ੁਰੂ ਤੋਂ ਕਿਹੜੇ ਪੈਸੇ ਪਾਉਂਦੇ ਸੀਗੇ ਆ, ਸਰ ਨੂੰ ਕਹਿ ਦਿੰਦੇ ਸੀਗੇ ਵੀ ਚੱਲ ਅੜਕ ਜਾ, ਅੱਜ ਪਾਉਣੇ ਕੱਲ੍ਹ ਨੂੰ ਪਾਉਣੇ। ਲਾਈਟ ਇੱਥੇ ਕਿੱਦਾਂ ਆਉਂਦੀ ਆ? ਕੋਈ ਸਰਕਾਰੀ ਲਾਈਟ ਆਉਂਦੀ ਸੀ ਜਾਂ ਕਿੱਦਾਂ, ਕਿਵੇਂ ਅਰੇਂਜਮੈਂਟ ਸੀ ਲਾਈਟ ਦਾ? ਪਹਿਲਾਂ ਇੱਕ ਸੁੱਕਾ ਜਨਰੇਟਰ ਆ ਇਕੱਲਾ ਛੋਟਾ ਜੀ, ਆਪਣੇ 7 ਕਿਲੋਵਾਟ ਦਾ ਜਨਰੇਟਰ ਆ, ਹੋਰ ਕੁਛ ਨਹੀਂ ਇੱਥੇ। ਮਾੜਾ ਦਿਖਾਓ ਤੁਹਾਡੇ ਰਹਿਣ ਸਹਿਣ ਦਾ ਇੱਥੇ ਕਿਸ ਤਰ੍ਹਾਂ ਦਾ ਪ੍ਰਬੰਧ ਹੈਗਾ ਜਿਹੜਾ ਇੱਥੇ ਕੰਪਨੀ ਵੱਲੋਂ ਇੱਥੇ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਨੌਜਵਾਨ ਨੇ ਵੱਡੇ ਐਲੀਗੇਸ਼ਨ ਲਗਾਏ ਨੇ ਵੀ ਇੱਥੇ ਰਹਿਣ ਸਹਿਣ ਨੂੰ ਰਾਤ ਨੂੰ। ਆਓ ਅੰਦਰ ਸਾਨੂੰ ਦਿਖਾਓ ਕੀ ਤੁਹਾਡਾ ਇੱਥੇ ਰਹਿਣ ਸਹਿਣ ਕਿਵੇਂ ਤੁਹਾਡਾ ਇੱਥੇ ਹੁੰਦਾ ਜੀ? ਬਸ ਰਹਿਣ ਸਹਿਣ ਤੁਹਾਨੂੰ ਦਿਖਾ ਦਿੰਦੇ ਜੀ। ਤੁਸੀਂ ਇਸ ਬਾਬਤ ਕਦੀ ਕੰਪਲੇਂਟ ਨਹੀਂ ਕੀਤੀ ਕਿਸੇ ਨੂੰ ਜੀ? ਬਹੁਤ ਜੀ। ਤਾਂ ਉੱਥੇ ਸਾਨੂੰ ਤਾਂ ਹੋ ਗਏ 2 ਮਹੀਨੇ ਕਲਪਦਿਆਂ ਨੂੰ, ਉੱਥੇ ਧਰਨਾ ਲਾਉਨੇ ਆ ਟੋਲ ਤੇ। ਹੁਣ ਹਫਤਾ ਹੋ ਗਿਆ ਸਾਨੂੰ ਉੱਥੇ ਲਾਉਣ। ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਤੁਹਾਡੀ ਸਿਕਿਉਰਿਟੀ ਏਜੰਸੀ ਨਾਲ ਡੀਲ ਹੈਗੀ ਆ ਜਾਂ ਜਿਹੜੀ ਕੰਪਨੀ ਉਹਨਾਂ ਨਾਲ ਤੁਹਾਡੀ ਡੀਲ ਹੈ ਜੀ? ਇਹ ਸਰ ਦੀ ਹੈ ਜੀ, ਸਾਰਾ ਕੁਝ ਡੀਲ ਡੂਲ ਜੋ ਵੀ। ਇਹ ਤਾਂ ਵਿਚਾਰੇ ਆਪ ਪਤਾ ਨਹੀਂ ਕਿਤੋਂ ਕਰਜ਼ਾ ਚੱਕ ਕੇ ਲਈ ਬੈਠੇ ਆ, ਠੀਕ ਹੈ ਨਾ। ਇਹ ਤਾਂ ਕਹਿੰਦੇ ਵੀ ਹੁਣ ਵੀ ਆਪਾਂ ਚੱਕ ਲੈਣਾ, ਫਿਰ ਅਸੀਂ ਰੋਕੀਦਾ ਵੀ ਛੱਡੋ ਸਰ ਜੀ, ਤੁਸੀਂ ਆਪਦੇ ਸਰਕਾਰ ਤੋਂ ਗੱਲ ਘਟਾਈ ਜਾਂਦੇ, ਠੀਕ ਹੈ ਨਾ। ਹੁਣ ਇਹਨਾਂ ਦੇ ਕਿਹੜਾ ਕੋਈ ਉਹ ਆ ਵਿਚਾਰਿਆਂ ਦੇ ਕੋਈ। ਕਿੰਨੀ ਆ ਤੁਹਾਡੀ ਜੀ? ਮੇਰੀ ਸਾਡੀ ਹੈਗੀ 8000, ਇਹਨਾਂ ਦੀ ਮੁੰਡਿਆਂ ਦੀ 7500। ਮਤਲਬ 8000 ਤਨਖਾਹ ਉਹ ਵੀ ਪੂਰੀ ਨਹੀਂ ਮਿਲਦੀ ਹੈਗੀ? ਡੱਕਾ ਨਹੀਂ ਮਿਲਿਆ ਜੀ, ਕਾਪੀਆਂ ਅਕਾਊਂਟ ਦੇਖ ਲਓ ਖਾਲੀ ਆ ਸਭ ਕੁਝ। ਰਾਤ ਨੂੰ ਵੀ ਡਿਊਟੀ ਲੱਗਦੀ ਹੈ ਇੱਥੇ? ਹਾਂਜੀ ਇੱਥੇ ਹੀ ਹੁੰਨੇ ਹੀ ਰਾਤ ਨੂੰ। ਤੁਹਾਡਾ ਭਾਜੀ? ਬਲਵੰਤ ਸਿੰਘ ਜੀ। ਬਲਵੰਤ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਕੰਪਨੀ 'ਚ? ਮੈਨੂੰ ਵੀ ਜੀ 9 ਮਹੀਨੇ ਹੋ ਗਏ ਜੀ। 9 ਮਹੀਨੇ ਹੋ ਗਏ। ਹਾਂਜੀ। ਤੇ ਤੁਹਾਨੂੰ ਵੀ ਤਨਖਾਹ ਨਹੀਂ ਮਿਲ ਰਹੀ ਜੀ? ਨਹੀਂ ਜੀ ਸਰ, ਬਹੁਤ। ਕਿਹੜੀਆਂ ਸਮੱਸਿਆਵਾਂ ਤੁਹਾਨੂੰ ਇੱਥੇ ਸਾਹਮਣਾ ਕਰਨਾ ਪੈਂਦਾ? ਸਮੱਸਿਆ ਦੇਖੋ ਜੀ, ਮੇਰੇ ਭਾਈ ਨੇ ਦੱਸਤਾ ਹੁਣ ਤੁਹਾਨੂੰ ਸਾਰੀਆਂ, ਤੇ ਇਹੀ ਸਮੱਸਿਆ ਸਾਡੀ। ਸਾਨੂੰ ਟਾਈਮ ਸਿਰ ਮਤਲਬ ਵੇਤਨ ਮਿਲਣਾ ਚਾਹੀਦਾ, ਮਹੀਨਾ ਪ੍ਰਤੀ ਜੋ ਵੀ ਹੈ। ਤੇ
ਘਰ ਪਰਿਵਾਰ ਸਾਡਾ ਬਹੁਤ ਔਖਾ ਪਿੱਛੇ ਤੇ ਸੋ ਇੱਥੇ ਹਾਂਜੀ। ਇੱਥੇ ਵੀ ਕੋਈ ਅਫਸਰ ਬਹਿੰਦੇ ਉਹਨਾਂ ਦੀ ਕੰਪਨੀ ਦੇ ਜਿਹੜੀ ਕੰਪਨੀ ਉਹਦੇ ਅਫਸਰ ਬਹਿੰਦੇ ਇੱਥੇ ਆ ਕੇ ਜੀ? ਦੇਖੋ ਜੀ ਕੋਈ ਇੱਥੇ ਆ ਨਹੀਂ ਰਿਹਾਗਾ, ਕੋਈ ਨਹੀਂ ਆ ਰਿਹਾ। ਪਹਿਲਾਂ ਵੀ ਕਦੇ ਆਉਂਦੇ ਸੀਗੇ? ਨਹੀਂ ਪਹਿਲਾਂ ਕਿਤੇ ਇੱਕ ਤਾਂ ਹੀ ਗੇੜਾ ਮਾਰਦੇ ਮੁੜ ਜਾਂਦੇ ਜੀ, ਆਉਂਦੇ ਵੀ ਆ, ਚੋਰੀ ਆਉਂਦੇ ਆ, ਮਾਲਕ ਤੋਂ ਚੋਰੀ। ਜਦੋਂ ਹੀ ਮਾਲਕ ਨੂੰ ਪਤਾ ਲੱਗ ਜਾਂਦਾ ਉਹ ਆਉਂਦਾ ਇੱਥੇ ਡਾਂਗ ਲੈ ਕੇ ਵੀ ਪੈਸੇ ਕਾਹਤੋਂ ਨਹੀਂ ਦਿੰਦੇ ਮੇਰੇ, ਉਹਨਾਂ ਤੋਂ ਚੋਰੀ ਆਉਂਦੇ ਆ। ਜੇ ਮਾੜੇ ਮੋਟੇ ਕੋਈ ਕਾਗਜ਼ ਪੱਤਰ ਚੱਕਣੇ ਆ, ਚੋਰੀ ਆ ਕੇ ਤੇ ਚੋਰ ਕੋਈ ਮੁੜ ਜਾਂਦੇ ਆ ਜੀ। ਗੱਡੀ ਕਢਾਉਂਦੇ ਆ ਰੋਡ ਤੇ। ਉਹ ਦਫ਼ਤਰ ਉਧਰ ਵੀ ਇੱਕ ਨਜ਼ਰ ਆ ਰਿਹਾ ਬਣਿਆ ਹੋਇਆ, ਆ ਪਿੱਛੇ ਵੀ ਏਸੀ ਲੱਗਿਆ, ਇਹ ਕਿਹਨਾਂ ਦੇ ਦਫ਼ਤਰ ਹੈਗੇ ਆ? ਇਹ ਉਹੀ ਆਈ ਕੰਪਨੀ ਜਿਹੜੀ ਆਹ ਹੈ ਕੰਡਾ, ਹਾਂਜੀ ਇਹ ਤਾਂ ਕੰਡਾ ਵਾ। ਤੇ ਬਾਕੀ ਜਿਹੜੀ ਦੂਜੀ ਗੱਲ ਜਿਹੜਾ ਆਪਣੇ ਇੱਕ ਕੰਪਨੀ ਐਕਸਲ ਸੀ ਕਿ ਕਿਹੜੀ ਸੀ, ਗਾਂ ਦੀਆਂ ਬਦਲੀ ਜਾਂਦੇ ਆ। ਠੀਕ ਆ, ਇਹਨਾਂ ਨੇ ਟੋਲ ਤੇ ਗੱਲ ਕੀਤੀ ਸਰ ਨਾਲ ਵੀ ਤੁਹਾਨੂੰ 5 ਲੱਖ ਦਿਆ ਕਰਾਂਗੇ, ਉਹ ਵੀ ਨਹੀਂ ਦਿੱਤਾ ਇਹਨਾਂ ਨੇ। ਤਾਂ ਇੱਥੇ ਕੋਈ ਇੱਥੇ ਚਲੋ ਤੁਹਾਡੀ ਤਨਖਾਹ ਤਾਂ ਰੁਕੀ ਹੋਈ ਆ, ਕੋਈ ਹੋਰ ਬੰਦੇ ਵੀ ਆਉਂਦੇ ਪੈਸੇ ਲੈਣ ਦੇਣ ਵਾਲੇ, ਕੋਈ ਇਨਕੁਆਇਰੀ ਕਰਨ ਆਉਂਦੇ? ਵਾਧੂ ਮੋਗੇ ਤੋਂ ਆਉਂਦੇ ਆ, ਕੋਈ ਲੁਧਿਆਣੇ ਤੋਂ ਆਉਂਦਾ। ਉਹ ਸਾਨੂੰ ਆ ਕੇ ਪੁੱਛਦੇ ਵੀ ਇਹਨਾਂ ਦਾ ਪਿੱਛਾ ਦੱਸੋ ਕਿੱਥੇ ਆ, ਕਿਵੇਂ ਅਸੀਂ ਪੈਸੇ ਕਢਾਈਏ, ਸਾਰੇ ਪਿੱਟ ਕੇ ਇੱਕ ਜਾਂਦੇ। ਪਾਸੇ ਮੈਂ ਜਿਵੇਂ ਪਹਿਲਾਂ ਸਟਾਰਟਿੰਗ ਕੀਤੀ ਹੈ, ਕਿਸਾਨ ਜਥੇਬੰਦੀਆਂ ਧਰਨੇ ਲਾ ਕੇ ਬੈਠੀਆਂ, ਜਿਹੜੀ ਵੱਡੀਆਂ ਕੰਪਨੀਆਂ ਸਾਡੀ ਜ਼ਮੀਨ ਹੜਪ ਲੈਣਗੀਆਂ, ਸਾਡੇ ਹੱਕ ਮਾਰ ਲੈਣਗੀਆਂ। ਤੁਹਾਡੇ ਨਾਲ ਵੀ ਉਹੀ ਕੁਝ ਹੋ ਰਿਹਾ, ਕੀ ਕਹੋਗੇ ਤੁਹਾਡਾ ਕਿਹਦੇ ਬਾਰੇ? ਉਹਦੇ ਨਾਲ ਵੀ ਬੱਤਰ ਹੋ ਰਿਹਾ ਜੀ। ਘਰੇ ਬੁੜੀਆਂ ਲੜਦੀਆਂ ਵੀ ਤਨਖਾਹ ਲਿਆ, ਜਵਾਕਾਂ ਦੀ ਫੀਸ ਭਰਨੀ। ਮੈਂ ਆਪਦੇ ਚਾਚੇ ਤੋਂ 12000 ਰੁਪਇਆ ਲੈ ਕੇ ਫੀਸ ਭਰੀ ਆ, ਉਹਨੂੰ 1 ਮਹੀਨੇ ਦਾ ਕਹਿ ਕੇ 3 ਮਹੀਨੇ ਉੱਤੋਂ ਦੀ ਲੰਘ ਗਏ, ਮੇਰੇ ਨਾਲ ਨਿੱਤ ਲੜਦਾ ਵੀ ਤੂੰ ਤਨਖਾਹ ਤੇਰੀ ਪੈਂਦੀ ਕਾਹਤੋਂ ਨਹੀਂ, ਗੱਲ ਕੀ ਆ। ਉਹ ਇੱਥੇ ਆਉਣ ਨੂੰ ਤਿਆਰ ਸੀਗਾ ਵੀ ਚੱਲ ਮੈਂ ਚੱਲਦਾ, ਮੈਂ ਰੋਕਿਆ, ਮੈਂ ਕਿਹਾ ਲੜ ਪੈਣਾ ਉਹਨੇ ਇੱਥੇ ਆ ਕੇ। ਤੇ ਕੀ ਤੁਸੀਂ ਇਹ ਦੱਸੋ ਅਗਲਾ ਤੁਹਾਡਾ ਸਟੈਪ ਕੀ ਹੋਇਆ, ਕੀ ਐਕਸ਼ਨ ਲਓਗੇ ਅੱਗੇ ਤੁਸੀਂ ਇੱਥੇ? ਸਟੈਪ ਜੀ ਉਹ ਪਈ ਆ ਅੰਦਰ ਰਾਉਂਡ ਅਪ ਤੇ ਉਹ ਰੱਸਾ ਪਿਆ, ਆਹੀ ਸਟੈਪ ਹੁਣ ਰਹਿ ਤਾਂ ਕੁਝ ਗਿਆ ਨਹੀਂ। ਤੁਹਾਨੂੰ ਇਸ ਲਈ ਨਹੀਂ ਤੁਹਾਨੂੰ ਅਸੀਂ ਕਹਿੰਦੇ ਤਾਂ ਠੀਕ, ਤੁਹਾਡੀ ਸਮੱਸਿਆ ਹੈਗੀ ਆ, ਪਰ ਇਹ ਸਮੱਸਿਆਵਾਂ ਦਾ ਹੱਲ ਨਹੀਂ ਹੈਗਾ। ਤਾਂ ਤੁਹਾਡੀ ਸਮੱਸਿਆ ਹੈਗੀ, ਤੁਹਾਡੀ ਸਮੱਸਿਆ ਅਸੀਂ ਜਿਹੜੀ ਆ ਅਫਸਰਾਂ ਤੱਕ ਵੀ ਪਹੁੰਚਾਵਾਂਗੇ। ਦੇਖ ਲਓ ਜੀ ਸਾਰਾ ਇੱਥੇ ਅੱਧੇ ਘੰਟੇ ਨੂੰ ਇੱਥੇ ਸੱਪ ਲੰਘਣ ਲੱਗ ਜਾਣਾ। ਤੁਸੀਂ ਦੇਖ ਸਕਦੇ ਹੋ, ਹਾਲਾਤ ਦੇਖ ਸਕਦੇ ਹੋ ਇੱਥੇ ਕੀ ਨੇ। ਬਿਲਕੁਲ ਨੌਜਵਾਨਾਂ ਦੀ ਗੱਲ ਠੀਕ ਆ, ਰਾਤ ਨੂੰ ਲਾਈਟ ਦਾ ਵੀ ਪੂਰਾ ਪ੍ਰਬੰਧ ਨਹੀਂ ਹੁੰਦਾ ਹੈਗਾ, ਜਿਸ ਕਰਕੇ ਇੱਕ ਝਾੜੀਆਂ ਹੋਣ ਕਰਕੇ ਸੱਪ ਆਦਿ ਜਿਹੜੇ ਅਜੀਬ ਜੰਤੂ ਨੇ ਇੱਥੇ ਆਮ ਦੇਖੇ ਜਾ ਸਕਦੇ ਨੇ। ਤੇ ਉਹ ਨੌਜਵਾਨ ਦੱਸ ਰਹੇ ਵੀ ਮੁੰਡੇ ਨੂੰ ਸੱਪ ਵੀ ਲੜ ਗਿਆ ਸੀਗਾ, ਤੇ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਆ। ਸਾਡੇ ਨਾਲ ਕੰਪਨੀ ਦੇ ਮਾਲਕ ਹੈਗੇ ਨੇ, ਜਿਨ੍ਹਾਂ ਦੇ ਅਧੀਨ ਇਹ ਮੁੰਡੇ ਨੌਜਵਾਨ ਜਿਹੜੇ ਇਹ ਸਿਕਿਉਰਿਟੀ ਦਾ ਕੰਮ ਕਰਦੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਜਸਵਿੰਦਰ ਜੀ, ਕੀ ਨਾਮ ਤੁਹਾਡੀ ਕੰਪਨੀ ਦਾ? ਮੇਰਾ ਓਰੀਐਂਟ ਸਿਕਿਉਰਿਟੀ ਐਂਡ ਅਲਾਈਡ ਸਰਵਿਸ ਪ੍ਰਾਈਵੇਟ ਸਿਕਿਉਰਿਟੀ ਦੀ ਕੰਪਨੀ। ਤੁਸੀਂ ਪੈਸੇ ਕਿਉਂ ਨਹੀਂ ਦੇ ਰਹੇ? ਤੁਹਾਨੂੰ ਸਿੱਧਾ ਸਵਾਲ ਹੈ, ਮੁੰਡਿਆਂ ਦੀ ਸਮੱਸਿਆਵਾਂ ਇੰਨੀਆਂ ਨੇ, ਕਿਉਂ ਨਹੀਂ ਤੁਸੀਂ ਪੈਸੇ ਦੇ ਰਹੇ ਇਹਨਾਂ ਨੂੰ? ਮੈਂ ਕੋਲੋਂ ਪੈਸਾ ਪਕੜ ਕੇ ਬਹੁਤ ਵਾਰੀ ਕਰ ਚੁੱਕਿਆ। ਜਿਹੜੇ ਇਹਨਾਂ ਤੋਂ ਪਹਿਲਾਂ ਮੁੰਡੇ ਗਏ ਆ ਉਹਨਾਂ ਨੂੰ ਵੀ ਕੋਲੋਂ ਹੀ ਪਕੜ ਕੇ ਕੀਤਾ। ਕੰਪਨੀ ਦੇ ਅਫਸਰ ਕੋਈ ਇੱਕ ਗੱਲ ਤੇ ਟਿਕਦੇ ਹੀ ਨਹੀਂ। ਇਹ ਹਮੇਸ਼ਾ ਮੈਨੂੰ ਝੂਠੇ ਪ੍ਰੋਮਿਸਿਸ, ਮੇਰੇ ਫੋਨ ਦੇ ਵਿੱਚ ਸਾਰੀ WhatsApp ਚੈਟ ਪਈ ਹੋਣੀ ਹੈ, ਮੈਨੂੰ ਰੋਜ਼ ਪ੍ਰੋਮਿਸ ਕਰਦੇ ਨੇ ਬੁੱਧਵਾਰ ਵੀਰਵਾਰ ਦਾ। ਆ ਪਿਛਲੇ ਹਫਤੇ ਵੀ ਕੋਲੋਂ ਪੈਸੇ ਪਕੜ ਕੇ ਮੈਂ ਟੋਲ ਤੇ ਦੇ ਕੇ ਆਇਆ। ਇੱਕ ਇੱਥੇ ਸਮੱਸਿਆ ਆ ਰਹੀ ਹੈ ਕਿ ਟੋਲ ਤਲਵੰਡੀ ਕਿੰਨੇ ਮੁੰਡੇ ਟੋਟਲ ਤੁਹਾਡੇ ਕੋਲ ਇੱਥੇ ਤੇ ਉੱਥੇ ਟੋਟਲ? 13 ਬੰਦੇ ਨੇ, 7 ਬੰਦੇ ਇੱਥੇ ਨੇ, 6 ਬੰਦੇ ਟੋਲ ਪਲਾਜ਼ਾ 2 ਤਲਵੰਡੀ ਤੇ ਨੇ। ਇਹ ਦੋਨਾਂ ਪਾਸੇ ਹੀ ਤਨਖਾਹ ਰੁਕੀ ਹੋਈ ਹੈ। ਹੋਇਆ ਕੀ ਹੈ ਵੀ ਇਹਨਾਂ ਨੇ ਮੇਰੇ ਤੋਂ ਬਾਅਦ ਪਹਿਲਾਂ ਮੇਰੀ ਮੁੱਲਾਪੁਰ 'ਚ ਵੀ ਸੀਗੀ ਸਿਕਿਉਰਿਟੀ, ਇਹਨਾਂ ਨੇ ਉਸ ਤੋਂ ਬਾਅਦ ਇੱਕ ਪ੍ਰਾਈਵੇਟ ਦੂਜੀ ਕੰਪਨੀ ਏਅਰ ਟੋਲਵੇਜ਼ ਹਾਇਰ ਕੀਤੀ। ਉਹਨੂੰ ਜੋ ਸਾਨੂੰ ਪਤਾ ਲੱਗਿਆ ਵੀ ਉਹਨੂੰ 20 ਲੱਖ ਰੁਪਏ ਦੀ ਪੇਮੈਂਟ ਹੋ ਗਈ ਹੈ। ਉਹਦੇ ਵਿੱਚੋਂ ਸਾਡੇ ਬੰਦੇ ਇੱਥੇ ਤੜਫ ਰਹੇ ਨੇ, ਇਹਨਾਂ ਨੂੰ ਕੋਈ ਸਹੂਲਤ ਹੋ ਗਿਆ ਇਸ ਕੰਪਨੀ ਨਾਲ ਕੰਮ ਕਰਦੇ ਹੋਏ ਜੀ? 2000 ਅਸੀਂ 14-15 ਤੋਂ ਇਹਨਾਂ ਨਾਲ ਜੁੜੇ ਹੋਏ ਆ। ਮਗੀ ਸ਼ੁਰੂ ਤੋਂ ਹੀ ਇਦਾਂ ਹੁੰਦਾ ਆ ਰਿਹਾ। ਹੁਣ ਐਕਚੁਅਲ 'ਚ ਸਾਡਾ ਪੈਸਾ ਹੀ ਇਹਨਾਂ ਵੱਲ ਹੋ ਗਿਆ ਹੋਇਆ ਵੀ ਅਸੀਂ ਛੱਡ ਕੇ ਵੀ ਅਸੀਂ ਮਰੀਏ, ਅਸੀਂ ਚਾਹੀਏ ਕਿੱਥੇ। 14-15 ਤੁਹਾਡਾ ਕੰਟਰੈਕਟ ਇਸ ਕੰਪਨੀ ਨਾਲ ਚੱਲਦਾ ਆ ਰਿਹਾ, ਤੁਸੀਂ ਇਸ ਕੰਪਨੀ ਨਾਲ ਕੰਮ ਕਰਦੇ ਆ ਰਹੇ ਹੋ। ਹੁਣ 2021 ਚੜ ਗਈ ਆ, ਕਰੀਬ 7-8 ਸਾਲ ਹੋ ਗਏ ਨੇ। ਤਾਂ 7-8 ਸਾਲ ਤੁਹਾਨੂੰ ਕਿਉਂ ਨਹੀਂ ਇਹ ਜਾਗ ਆਈ ਵੀ ਹਾਂ ਅਸੀਂ ਕੰਪਨੀ ਤੋਂ ਪੈਸਾ ਕਢਾਈਏ? ਅੱਜ ਕਿਉਂ? ਹਰ ਵਾਰੀ ਹੁੰਦਾ ਕੀ ਹੈ, ਬੰਦੇ ਜਦੋਂ ਸਟ੍ਰਾਈਕ ਕਰਦੇ ਆ ਕੰਪਨੀ ਦੇ ਅਫਸਰ ਪੇਮੈਂਟ ਕਰ ਦਿੰਦੇ ਆ, ਪਰ ਇਸ ਵਾਰ ਇਹਨਾਂ ਨੂੰ ਫਰਕ ਹੀ ਨਹੀਂ ਪੈ ਰਿਹਾ ਸਾਡੀ ਸਟ੍ਰਾਈਕ ਦਾ। ਇਹ ਮੁੰਡੇ ਸਾਰੇ ਟੋਟਲ ਪੇਮੈਂਟ ਦੀ ਗੱਲ ਕੀਤੀ ਜਾਵੇ, ਕਿੰਨੀ ਪੇਮੈਂਟ ਹੋਣੀ ਟੋਟਲ ਤਾਂ ਸਾਡੇ ਟੋਟਲ ਮਿਲਾ ਕੇ ਤਾਂ ਨੀਅਰ ਅਬਾਊਟ 40 ਲੱਖ ਦੇ ਕਰੀਬ ਪੇਮੈਂਟ ਹੋ ਚੁੱਕੀ ਹੈ ਨਾ। 40 ਲੱਖ ਰੁਪਏ ਪੇਮੈਂਟ ਹੈਗੀ ਆ? ਹਾਂਜੀ। ਤੇ ਇਹ ਮੁੰਡੇ ਕਹਿੰਦੇ 4-3 ਮਹੀਨੇ ਇਸ ਤੋਂ ਮਤਲਬ ਇਸ ਤੋਂ ਪਹਿਲਾਂ ਦੀ ਪੇਮੈਂਟਾਂ ਤੁਸੀਂ ਕੋਲੋਂ ਕਰ ਚੁੱਕੇ ਹੋ ਸਾਰੀਆਂ ਪੇਮੈਂਟਾਂ ਕੋਲੋਂ ਕਰ ਰਹੇ ਆ ਸਰ। ਕਿਉਂਕਿ ਪੈਸਾ ਹੁਣ ਜਦੋਂ ਇਹ ਹਫਤਾ ਪਿਛਲਾ ਹਫਤਾ ਪੂਰਾ ਇਹ ਸਾਰੇ ਮੁੰਡੇ ਮੁੱਲਾਪੁਰ ਟੋਲ ਤੇ ਵੀ ਐਜੀਟੇਸ਼ਨ ਕਰਕੇ ਆਏ ਨੇ। ਅਸੀਂ ਦਫ਼ਤਰ ਲੋਕ ਕਰਤਾ ਉਹਨਾਂ ਦਾ, ਪਰ ਸਾਨੂੰ ਕੋਈ ਜਵਾਬ ਹੀ ਨਹੀਂ ਦਿੰਦਾ ਕੋਈ ਅਫਸਰ। ਅਸੀਂ ਰਾਤ ਨੂੰ 1-1 2-2 ਵਜੇ ਤੱਕ ਉੱਥੇ ਬੈਠੇ ਰਹੇ, ਬਟ ਉਹਨਾਂ ਨੂੰ ਅਫਸਰਾਂ ਨੂੰ ਉੱਪਰਲੇ ਨੂੰ ਫਰਕ ਹੀ ਨਹੀਂ ਪੈਂਦਾ। ਕੰਟਰੈਕਟ ਸਾਲਾਨਾ ਕੰਟਰੈਕਟ ਹੁੰਦਾ, ਕਿਵੇਂ ਕੰਮ ਕਿਵੇਂ ਤੁਹਾਨੂੰ ਦਿੰਦੇ ਕੰਪਨੀ? ਨਹੀਂ, ਇਹ ਵਰਕ ਆਰਡਰ ਦਿੰਦੇ ਆ ਸਾਨੂੰ, ਕੁਝ 3 ਮਹੀਨਿਆਂ ਦਾ, ਕੋਈ 6 ਮਹੀਨਿਆਂ ਦਾ ਸਾਨੂੰ ਵਰਕ ਆਰਡਰ। ਵਰਕ ਆਰਡਰ 3 ਮਹੀਨੇ ਬਾਅਦ ਲੈਣੇ, ਤੁਸੀਂ ਰੋਲਾ ਨਹੀਂ ਪਾਉਂਦੇ ਸਾਡੀ ਪਹਿਲਾਂ ਪਿਛਲੀ ਪੇਮੈਂਟ ਕਲੀਅਰ ਕਰੋ ਫਿਰ ਅਸੀਂ ਅੱਗੇ ਦਾ ਕੰਮ ਕਰਾਂਗੇ? ਐਕਚੁਅਲ 'ਚ ਚੱਲਦਾ ਕੀ ਹੈ, ਇਹਨਾਂ ਨੇ ਸ਼ੁਰੂ ਤੋਂ ਹੀ ਇਹ ਰੱਖਿਆ ਹੋਇਆ ਸੀਗਾ ਵੀ ਪੇਮੈਂਟ ਜਦੋਂ ਲੋਨ ਪਾਸ ਹੋਣਗੇ ਜਾਂ ਜਦੋਂ ਟੋਲ ਪਲਾਜ਼ਾ ਚੱਲੇਗਾ ਤੁਹਾਨੂੰ ਤੁਹਾਡੀ ਰੈਗੂਲਰ ਬੇਸਿਸ ਤੇ ਪੇਮੈਂਟ ਵਾਪਸ ਕਰ ਦਿੱਤੀ ਜਾਏਗੀ। ਵੀਰ ਨੇ ਦੱਸਿਆ ਵਾ ਵੀ ਇੱਥੇ ਲਾਈਟ ਦੀ ਵੱਡੀ ਪ੍ਰੋਬਲਮ ਆ, ਜੀਵ ਜੰਤੂ ਰਾਤ ਨੂੰ ਆਉਂਦੇ, ਸਾਡੀ ਜਾਨ ਨੂੰ ਖਤਰਾ ਵਾ, ਨੌਜਵਾਨ ਨੂੰ ਸੱਪ ਵੀ ਲੜ ਚੁੱਕਿਆ ਵਾ। ਜਿਹੜਾ ਇੱਥੇ ਪ੍ਰਬੰਧ ਕਰਕੇ ਦੇਣਾ ਹੁੰਦਾ, ਲਾਈਟ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ ਜਾਂ ਹੋਰ ਸਹੂਲਤਾਂ ਨੇ, ਉਹ ਤੁਸੀਂ ਦੇਣੀਆਂ ਸੀ ਜਾਂ ਕੰਪਨੀ ਨੇ ਦੇਣੀਆਂ ਸੀ? ਕੰਪਨੀ ਹੀ ਪ੍ਰੋਵਾਈਡ ਕਰਦੀ ਸਰ। ਇਹਨਾਂ ਨੇ 31 ਦਸੰਬਰ ਨੂੰ ਇੱਥੇ ਮੈਨੂੰ ਇਹਨਾਂ ਨੇ ਮੈਨੂੰ ਮੈਸੇਜ ਕਰਕੇ ਕਿਹਾ ਵੀ ਸਾਡੀ ਕੰਪਨੀ ਦੇ ਹਾਲਾਤ ਠੀਕ ਨਹੀਂ ਆ, ਅਸੀਂ ਡੀਜ਼ਲ ਨਹੀਂ ਦੇਵਾਂਗੇ। 1 ਜਨਵਰੀ ਤੋਂ ਲੈ ਕੇ 21 ਫਰਵਰੀ ਤੱਕ ਮੈਂ ਡੇਲੀ 10 ਲੀਟਰ ਡੀਜ਼ਲ ਇੱਥੇ ਪ੍ਰੋਵਾਈਡ ਕਰਾਇਆ ਇਹਨਾਂ ਨੂੰ, ਜਿਹੜਾ 50,000 ਰੁਪਏ ਦਾ ਡੀਜ਼ਲ। ਉੱਤੋਂ ਦੀ ਇਹਨਾਂ ਨੇ ਮੈਨੂੰ ਜਨਰੇਟਰ ਜਿਹੜਾ ਹੈਗਾ ਉਹਦੇ ਕਿਰਾਏ ਦੀ ਪਰਚੀ 7,000 ਦੀ ਵੀ ਪਕੜਾਤੀ ਵੀ ਇਹ ਕਿਰਾਇਆ ਵੀ ਤੁਸੀਂ ਦੇਣਾ।
ਅੱਛਾ ਜੀ ਮਗੀ ਪਹਿਲਾਂ ਕੰਪਨੀ ਦਿੰਦੀ ਸੀ ਡੀਜ਼ਲ ਪਹਿਲਾਂ ਕੰਪਨੀ ਦੇ ਵੱਲੋਂ ਹੀ ਡੀਜ਼ਲ ਹੁੰਦਾ ਸੀ, ਕੰਪਨੀ ਵੱਲੋਂ ਹੀ ਜਨਰੇਟਰ ਦਾ ਹੁੰਦਾ ਸੀ। ਸਾਨੂੰ ਸਹੂਲਤਾਂ ਦਿੱਤੀ ਜਾਂਦੀ ਸੀ, ਮੋਟਰ ਹੁੰਦੀ ਸੀ ਚਲਾਉਣ ਵਾਸਤੇ ਪਾਣੀ ਵਾਸਤੇ। ਬਟ ਹੁਣ ਕੰਪਨੀ ਨੇ ਪਿਛਲੀ 1 ਜਨਵਰੀ ਤੋਂ 21 ਫਰਵਰੀ ਤੱਕ ਜਦੋਂ ਪੈਸੇ ਹੀ ਖਤਮ ਹੋ ਗਏ, ਉਦੋਂ ਜਾ ਕੇ ਅਸੀਂ ਐਜੀਟੇਸ਼ਨ ਕੀਤਾ ਵੀ ਸਾਡੇ ਕੋਲ ਪੈਸਾ ਹੀ ਖਤਮ ਹੋ ਗਿਆ, ਅਸੀਂ ਕਿੰਨਾ ਕੁ ਕੋਲੋਂ ਪੈਸਾ ਲਾਉਣਾ। ਤੁਸੀਂ ਹੁਣ ਰੈਗੂਲਰ ਡੀਜ਼ਲ ਵੀ ਕੋਲੋਂ ਪਵਾ ਕੇ ਦੇ ਰਹੇ ਹੋ ਜੀ ਇੱਥੇ? ਨਹੀਂ, 1 ਜਨਵਰੀ ਤੋਂ 21 ਫਰਵਰੀ ਤੱਕ ਅਸੀਂ ਡੀਜ਼ਲ ਦਿੱਤਾ, 50,000 ਰੁਪਏ ਦਾ ਡੀਜ਼ਲ ਅਸੀਂ ਪਕੜ ਕੇ ਇਹਨਾਂ ਨੂੰ ਕਰਕੇ ਜਿਹੜੇ ਹੁਣ ਜੇ 10-12 ਦਿਨ ਅੱਗੇ ਨਿਕਲ ਗਏ ਉਹਨਾਂ ਦਿਨਾਂ ਵਿੱਚ ਕੀ ਕੀਤਾ ਫਿਰ? ਸਰ ਕੋਲੋਂ ਤਾਂ ਕਰਦੇ ਹੀ ਪਏ ਆ, ਕੰਪਨੀ ਨੂੰ ਤਾਂ ਇਹ ਚੀਜ਼ ਸੋਚਣੀ ਚਾਹੀਦੀ ਨਾ ਵੀ ਘੱਟੋ ਘੱਟ ਡੀਜ਼ਲ ਤਾਂ ਦੇਣ ਸਾਨੂੰ। ਕਿਹੜੇ ਅਧਿਕਾਰੀ ਜਿਹੜੇ ਇੱਥੇ ਕਿਹੜੀ ਪਹਿਲਾਂ ਕੰਪਨੀ ਦਾ ਨਾਮ ਦੱਸੋ, ਕਿਉਂਕਿ ਇੱਕ ਚੈਨਲ ਹੈਗਾ, ਉਹਦਾ ਮਾਲਕ ਹੈਗਾ, ਇਹ ਤਾਂ ਸਾਰਿਆਂ ਨੂੰ ਪਤਾ। ਅਸਲ 'ਚ ਕੰਪਨੀ ਦਾ ਨਾਮ ਕੀ ਹੈ? ਇਹ ਪ੍ਰੋਜੈਕਟ ਦਾ ਨਾਮ ਹੈ ਲੁਧਿਆਣਾ ਤਲਵੰਡੀ ਟੋਲ ਰੋਡ ਪ੍ਰਾਈਵੇਟ ਲਿਮਟਿਡ, ਜਿਨ੍ਹਾਂ ਦਾ ਇੱਕ ਮੁੱਲਾਪੁਰ ਟੋਲ ਚੱਲਿਆ ਵੀ ਸੀ, ਇੱਕ ਟੋਲ ਇਹਨਾਂ ਦਾ ਅੱਗੇ ਤਲਵੰਡੀ ਦੇ ਕੋਲ ਹੈ। ਤੇ ਇਹ ਉੱਦਾਂ ਇਹਨਾਂ ਦੀ ਕੰਪਨੀ ਦਾ ਨਾਮ ਪੈਨ ਇੰਡੀਆ ਇਨਫਰਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ। ਕਿਹੜੀ ਕੰਪਨੀ ਨਾਲ ਸਿੱਧਾ ਜਾਂ ਕੰਟਰੈਕਟ ਜਿਹੜਾ ਵਰਕਆਊਟ ਤੁਹਾਨੂੰ ਕੌਣ ਦਿੰਦਾ? ਮੇਰਾ ਜਦੋਂ ਇਹਨਾਂ ਦੇ ਲੁਧਿਆਣਾ ਤਲਵੰਡੀ ਟੋਲ ਰੋਡ ਪ੍ਰਾਈਵੇਟ ਲਿਮਟਿਡ। ਇੱਥੇ ਕਿਹੜੇ ਅਧਿਕਾਰੀ ਜਿਨ੍ਹਾਂ ਨਾਲ ਤੁਸੀਂ ਗੱਲਬਾਤ ਕਰਦੇ ਹੋ, ਕੀ ਉਹ ਕਹਿੰਦੇ ਨੇ? ਲਾਸਟ ਤੁਹਾਡੀ ਕਦੋਂ ਗੱਲ ਹੋਈ ਆ? ਮੇਰੀ ਗੱਲ ਤਾਂ ਇਹਨਾਂ ਨਾਲ ਰੋਜ਼ ਹੀ ਹੁੰਦੀ ਹੈ। ਕੰਪਨੀ ਦੇ HR ਮੁੱਲਾਪੁਰ ਟੋਲ ਤੇ ਬੈਠਦੇ ਆ, ਉਹਨਾਂ ਨੇ ਅੱਗੇ ਆਪਣੇ ਅਫਸਰਾਂ ਨਾਲ, ਉੱਚ ਅਧਿਕਾਰੀ ਜਿਹੜੇ HO 'ਚ ਬਹਿੰਦੇ ਆ, ਉਹਨਾਂ ਨਾਲ ਗੱਲ ਕੀਤੀ ਹੈ, ਮੇਰੀ ਵੀ ਕਰਾਈ ਹੈ। ਬਟ ਉਹ ਕਹਿ ਰਹੇ ਆ ਸਾਨੂੰ ਵੀ ਟੋਲ ਜਿੱਥੋਂ ਅਸੀਂ ਪੇਮੈਂਟ ਕਰਵਾਉਣੀ ਆ ਉੱਥੇ ਬੈਂਕ ਸੀਜ਼ ਹੋ ਗਏ ਨੇ। ਪਹਿਲਾਂ ਇਹ ਕਰਾਉਂਦੇ ਸੀ, ਜਦੋਂ ਮਤਲਬ ਕਿ 3-4 ਮਹੀਨਿਆਂ ਬਾਅਦ ਪੇਮੈਂਟ ਦਿੰਦੇ ਆ, ਪਰ ਜਦੋਂ ਬੰਦੇ ਸਟ੍ਰਾਈਕ ਕਰ ਦਿੰਦੇ ਉਦੋਂ ਪੇਮੈਂਟ ਕਰਦੇ ਸੀ। ਪਰ ਹੁਣ ਇਸ ਵਾਰ ਇਹਨਾਂ ਨੇ ਸਾਨੂੰ ਕੋਈ ਤਰੀਕ ਨਹੀਂ, ਕੋਈ ਕੁਛ ਨਹੀਂ। ਹੁਣ ਤਾਂ ਮੰਨਦੇ ਆ ਵੀ ਹਾਂ ਤੁਹਾਡਾ 40-42 ਲੱਖ ਰੁਪਏ ਦੇਣ ਵਾਲਾ ਪੈਸਾ ਤਾਂ ਮੰਨਦੇ ਆ ਜੀ ਉਹ, ਬਟ ਉਹ ਦੇਣ ਤੇ ਉਹ ਕਹਿ ਰਹੇ ਸੀ, ਪਹਿਲਾਂ ਕਹਿ ਰਹੇ ਸੀ ਵੀ ਟੋਲ ਚੱਲੇਗਾ ਉਦੋਂ ਪੇਮੈਂਟ ਕਰਾਂਗੇ। ਇੱਥੇ ਜਿਹੜੇ ਅਧਿਕਾਰੀ ਨੇ ਕਿੱਥੇ ਬਹਿੰਦੇ ਨੇ ਉਹ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਸਕੀਏ? ਇਹ ਮੁੱਲਾਪੁਰ ਟੋਲ ਤੇ ਕੰਪਨੀ ਦੇ HR ਬਹਿੰਦੇ ਨੇ, ਹੋਰ ਵੀ ਕੰਪਨੀ ਦੇ ਅਫਸਰ ਨੇ। ਸੋ ਤੁਸੀਂ ਸੁਣਿਆ ਵਾ, ਜਿੱਥੇ ਨੌਜਵਾਨਾਂ ਵੱਲੋਂ ਆਪਣੀ ਸਮੱਸਿਆ ਦੱਸੀ ਗਈ, ਉੱਥੋਂ ਜਿਹੜੇ ਸਿਕਿਉਰਿਟੀ ਏਜੰਸੀ ਦੇ ਜਿਹੜੇ ਮਾਲਕ ਹੈਗੇ ਨੇ ਜਸਵਿੰਦਰ ਸਿੰਘ, ਉਹ ਇੱਥੇ ਆਪ ਮੌਕੇ ਤੇ ਨੌਜਵਾਨਾਂ ਵੱਲੋਂ ਸੱਦੇ ਗਏ ਸਨ, ਕਿਉਂਕਿ ਨੌਜਵਾਨਾਂ ਦੀ ਸਮੱਸਿਆ ਵਾ। ਇੱਕ ਮੀਡੀਆ ਇੱਕ ਜ਼ਰੀਆ ਵਾ ਜਿਹੜਾ ਲੋਕਾਂ ਦੀ ਗੱਲ ਉਸ ਸਿਸਟਮ ਤੱਕ, ਸਰਕਾਰ ਤੱਕ, ਭਾਵੇਂ ਵੱਡੀਆਂ ਕੰਪਨੀਆਂ ਤੱਕ ਪਹੁੰਚਾਈ ਜਾਵੇ। ਨੌਜਵਾਨਾਂ ਨੇ ਮਾਲਕ ਨੂੰ ਮੌਕੇ 'ਤੇ ਸੱਦੇ ਵੀ ਆ ਕੇ ਸਾਡੀਆਂ ਸਮੱਸਿਆਵਾਂ ਸੁਣੀਆਂ ਨੇ। ਤਾਂ ਮਾਲਕ ਦਾ ਇਹ ਕਹਿਣਾ ਹੈ ਵੀ ਮੇਰੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੋਲੋਂ ਪੈਸੇ ਦਿੱਤੇ ਜਾ ਰਹੇ, 40-42 ਲੱਖ ਰੁਪਈਆ ਜਿਹੜਾ ਇਸ ਕੰਪਨੀ ਦੇ ਕੋਲੇ ਬਕਾਇਆ, ਜਿਹੜਾ ਸਿਕਿਉਰਿਟੀ ਏਜੰਸੀ ਦਾ ਵਾ, ਉਹ ਬਕਾਇਆ ਵਾ। ਲਾਰੇ ਨੇ, ਮੰਨਦੇ ਨੇ ਵੀ ਪੇਮੈਂਟ ਦੇਣੀ ਆ, ਪਰ ਕਦੋਂ ਦੇਣੀ ਆ ਇਹ ਨਹੀਂ ਮੰਨਦੇ ਹੈਗੇ। ਸੋ ਗੱਲਬਾਤ ਕਰਾਂਗੇ ਅਸੀਂ। ਕੰਪਨੀ ਜਿਹੜੇ HR ਇੱਥੇ ਬਹਿੰਦੇ ਨੇ, ਮੁੱਲਾਪੁਰ ਦੱਸ ਰਹੇ ਨੇ ਇਹ, ਉਹਨਾਂ ਨਾਲ ਜਾ ਕੇ ਗੱਲਬਾਤ ਕਰਾਂਗੇ ਵੀ ਜਿਹੜੇ ਨੌਜਵਾਨ ਨੇ, ਜਿਹੜੇ 8000 ਦਾ ਕੀ ਬਣਦਾ ਵਾ, 8000 ਰੁਪਈਏ ਦੇ ਇਹ ਬੰਦੇ ਨੌਜਵਾਨ ਕੰਮ ਕਰਦੇ ਪਏ ਨੇ, ਪਰ ਉਹ ਵੀ ਇਹਨਾਂ ਨੂੰ ਪੂਰਾ ਨਹੀਂ ਮਿਲਦਾ ਹੈਗਾ। ਆਪਣੀ ਜਾਨ ਖਤਰੇ ਵਿੱਚ ਪਾ ਕੇ ਤੁਸੀਂ ਦੇਖ ਸਕਦੇ ਹੋ ਝਾੜੀਆਂ ਕਿੰਨੀਆਂ ਵੱਡੀਆਂ ਨੇ, ਵੱਡਾ ਇੱਥੇ ਦੇਖ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਪਲਾਂਟ ਤੋਂ ਪਿੱਛੇ ਲੱਗੇ, ਜਿੱਥੇ ਉਹ ਆਪਣੇ ਸਟਰਕਚਰ ਸਾਰਾ ਤਿਆਰ ਹੁੰਦਾ, ਸਾਰਾ ਮਾਲ ਰॉ ਮਟੀਰੀਅਲ ਉੱਥੇ ਤੁਸੀਂ ਦੇਖ ਸਕਦੇ ਹੋ ਮਗਰ ਪਿਆ ਵਾ। ਸੋ ਵੱਡੀਆਂ ਝਾੜੀਆਂ ਨੇ, ਜਦੋਂ ਹਨੇਰੇ ਵਿੱਚ, ਰਾਤ ਨੂੰ ਘੁੱਪ ਹਨੇਰਾ ਹੁੰਦਾ ਵਾ, ਤਾਂ ਉਸ ਟਾਈਮ ਪਤਾ ਨਹੀਂ ਹੁੰਦਾ ਵੀ ਕਦੋਂ ਕਿਹੜੀ ਚੀਜ਼ ਨਿਕਲ ਕੇ, ਕਿਹੜਾ ਜੀਵ ਜੰਤੂ ਆ ਕੇ ਨਿਕਲ ਜਾਣਾ। ਲਾਈਟ ਦਾ ਪੂਰਾ ਪ੍ਰਬੰਧ ਨਹੀਂ ਹੈਗਾ। ਜਿਹੜਾ ਸਿਕਿਉਰਿਟੀ ਏਜੰਸੀ ਦਾ ਮਾਲਕ ਨੇ ਜਸਵਿੰਦਰ ਸਿੰਘ, ਉਹ ਕਹਿੰਦੇ ਨੇ ਵੀ ਪਿਛਲੇ ਕਰੀਬ ਦਸੰਬਰ ਤੋਂ ਲੈ ਕੇ 21 ਫਰਵਰੀ ਤੱਕ ਉਹਨਾਂ ਨੇ ਜਿਹੜਾ ਡੀਜ਼ਲ ਹੈ ਉਹ ਕੋਲੋਂ ਪਵਾ ਕੇ ਦਿੱਤਾ। ਸੋ ਕੰਪਨੀ ਦਾ ਮੈਂ ਕਹਿ ਸਕਦਾ ਵੀ ਇਤਨਾ ਬੁਰਾ ਹਾਲ ਹੋ ਚੁੱਕਿਆ, ਡੀਜ਼ਲ ਦੇ ਪੈਸੇ ਵੀ ਨਹੀਂ ਦੇ ਰਹੇ। ਜਿਹੜਾ ਜਨਰੇਟਰ ਆ ਉਹਦਾ ਵੀ ਜਿਹੜਾ ਕਿਰਾਇਆ, ਉਹ ਵੀ ਕੰਪਨੀ ਨੇ ਸਿਕਿਉਰਿਟੀ ਏਜੰਸੀ ਦੇ ਖਾਤੇ ਪਾਇਆ। ਸੋ ਗੱਲਬਾਤ ਕਰਾਂਗੇ ਜਾ ਕੇ ਇਸ ਕੰਪਨੀ ਦੇ ਜਿਹੜਾ HR ਹੈਗੇ ਨੇ, ਇੱਥੇ ਟੋਲ ਪਲਾਜ਼ਾ ਤੇ ਰਹਿੰਦੇ ਨੇ ਇੱਥੇ ਮੁੱਲਾਪੁਰ, ਉਹਨਾਂ ਨਾਲ ਗੱਲਬਾਤ ਕਰਾਂਗੇ ਜੀ। ਆਓ ਜੀ। ਸੋ ਜਿਵੇਂ ਕਿ ਅਸੀਂ ਉੱਥੇ ਗਏ ਸੀ, ਜਿਹੜੀ ਜਿੱਥੇ ਕੈਂਪ ਬਣਿਆ ਹੋਇਆ ਇਸ ਕੰਪਨੀ ਦਾ, ਉੱਥੋਂ ਜਿਹੜੇ ਸਿਕਿਉਰਿਟੀ ਗਾਰਡ ਸੀ ਉਹਨਾਂ ਦਾ ਇਹ ਦੋਸ਼ ਸੀਗਾ ਵੀ ਸਾਨੂੰ ਕੰਪਨੀ ਵੱਲੋਂ ਪੈਸੇ ਨਹੀਂ ਦਿੱਤੇ ਜਾਂਦੇ। ਜਿਹੜਾ ਸਿਕਿਉਰਿਟੀ ਕੰਪਨੀ ਦੇ ਮਾਲਕ ਹੈਗੇ ਨੇ ਜਸਵਿੰਦਰ ਸਿੰਘ, ਉਹਨਾਂ ਦਾ ਇਹ ਕਹਿਣਾ ਵੀ ਪਿੱਛੋਂ ਕੰਪਨੀ ਮੈਨੂੰ ਪੈਸੇ ਨਹੀਂ ਦੇ ਰਹੇ, 40-42 ਲੱਖ ਰੁਪਏ ਜਿਹੜਾ ਬਕਾਇਆ ਖੜਾ। ਕੰਪਨੀ ਦੇ HR ਇੱਥੇ ਸਾਡੇ ਨਾਲ ਹੈਗੇ, ਨਾਲ ਗੱਲਬਾਤ ਕਰਾਂਗੇ। ਕੀ ਨਾਮ ਸਰ ਤੁਹਾਡਾ? ਦੀਪਕ ਜੈਨ। ਦੀਪਕ ਜੀ, ਕੀ ਦਿੱਕਤ ਆ ਰਹੀ ਆ? ਪੇਮੈਂਟ ਨਹੀਂ ਹੋ ਰਹੀ, 40-42 ਲੱਖ ਰੁਪਇਆ ਪੈਂਡਿੰਗ ਪਿਆ ਵਾ। ਜਿਹੜਾ ਸਿਕਿਉਰਿਟੀ ਏਜੰਸੀ ਦਾ ਮਾਲਕ ਉਹਦਾ ਵਾ, 4-5 ਮਹੀਨੇ ਦੀ ਤਨਖਾਹ ਪੈਂਡਿੰਗ ਸਿਕਿਉਰਿਟੀ ਗਾਰਡਸ ਦੀ। देखिए ऐसा ना कि कंपनी का पहली गल तो कंपनी की कोई इंटेंशन ऐसी नहीं है कि बई पेमेंट देनी नहीं है, ये सब नूं पता है, जसविंदर नूं भी मालूम है जी। असल दे विच प्रॉब्लम की आ रही है कि भी साडा ये टोल प्लाजा जो है ये शुरू होया सीगा 29 सितंबर नूं जी। नया टोल प्लाजा शुरू होया सी, काफ़ी जद्दोजहद के बाद, काफ़ी मुश्किलों तो बाद, जिस तो कि सानू सब नूं ये उम्मीद सी कि भी टोल प्लाजा चलेगा तो जिहड़ी पेमेंट्स का इशू चल रहा सी, पेमेंट क्योंकि रेवन्यू नहीं आ रहा, ये प्रोजेक्ट बहुत लंबा खिंच गया, इस वजह नाल कंपनी का ये प्रोजेक्ट लॉस है जिवें। तो उस तो बाद की होया भी सानू ये उम्मीद सी कि भी जो टोल प्लाजा चल जाएगा तो उहदे रेवन्यू के नाल असी हौले जितने भी छोटे जितने वेंडर है सब की प्रॉब्लम सॉल्व हो जाएगी। असी सब बड़े हो सीगे, लेकिन फिर अनफॉर्चुनेटली जिहड़ा तुहानू सब नूं पता ही है कि भई किसान यूनियन ने जिहड़ा जो है टोल प्लाजा ते कब्जा कर रखा हुण साडे। असी इन्हां नूं बथेरी रिक्वेस्ट कीती सी भी ये गवर्नमेंट दा टोल प्लाजा नहीं है, ये प्राइवेट कंपनी का टोल प्लाजा है, भी इहदे नाल गवर्नमेंट नूं कोई असर नहीं पैना। तुसीं इत्थे रोकोगे तो इस टोल प्लाजा के 125 तो 150 ਦੇ ਵਿੱਚ ਇੰਪਲੋਈ ਸੀਗੇ, ਜਿੰਨੇ ਅੱਜ ਦੀ ਰੇਟ ਦੇ ਵਿੱਚ ਇੱਥੇ 15-20 ਇੰਪਲੋਈ ਰਹਿ ਗਏ। ਸਾਰੇ ਇੰਪਲੋਈਜ਼ ਦੀ ਨੌਕਰੀਆਂ ਵੀ ਚਲੀਆਂ ਗਈਆਂ,
ਐਜ਼ ਵੈਲ ਐਜ਼ ਜਿਹੜੇ ਹੈਗੇ ਵੀ ਹੈ, ਜਿਹੜੇ ਚਲੇ ਗਏ ਉਹਨਾਂ ਦੀ ਸੈਲਰੀਜ਼ ਵੀ ਪੈਂਡਿੰਗ ਹੋਣੀਆਂ ਹਾਲੇ ਤੱਕ। ਦੀਪਕ ਜੀ ਤੁਸੀਂ ਕਿਹਾ ਵੀ ਕੰਪਨੀ ਦਾ ਇਹ ਮਕਸਦ ਨਹੀਂ ਹੈਗਾ ਪੇਮੈਂਟ ਨਾ ਦਿੱਤੀ ਜਾਵੇ, ਦੇਣੀ ਆ, ਪਰ ਉਹ ਦੇਣੀਆਂ ਉਦੋਂ ਹੁੰਦਾ ਵਾ ਜਦੋਂ 40-42 ਲੱਖ ਨਾ ਹੋਵੇ, 2-4 ਲੱਖ ਹੋਵੇ, ਤਾਂ 40-42 ਲੱਖ ਰੁਪਈਆ ਵਾ। ਦੱਸ ਰਿਹਾ ਤੁਹਾਨੂੰ, ਉਹ ਵੀ ਦੱਸ ਰਿਹਾ ਨਾ ਕਿ ਇੱਥੇ ਕੀ ਹੋਇਆ ਸੀਗਾ ਵੀ ਇਹਨਾਂ ਦਾ ਕੰਮ ਜਿਹੜਾ ਕੰਪਨੀ ਦਾ ਸੀਗਾ, ਇਹ ਪਹਿਲੇ ਇੱਕ EPC ਕੰਸਟਰਕਸ਼ਨ ਕੰਪਨੀ ਸੀ ਪੈਨ ਇੰਡੀਆ। ਉਹ ਕੰਸਟਰਕਸ਼ਨ ਕੰਪਨੀ ਦੀ ਕਾਫੀ ਜੋ ਹੈ ਦੇਣਦਾਰੀ ਹੋ ਗਈ ਸੀ ਤੇ ਵੈਂਡਰਸ ਨੇ ਹੀ ਸਭ ਨੇ ਮਿਲ ਕੇ NCLT ਦੇ ਵਿੱਚ ਕੇਸ ਪਾਤਾ ਹੁੰਦਾ। ਉਸ ਤੋਂ ਬਾਅਦ ਅਸੀਂ ਕਿਉਂਕਿ ਸਿਕਿਉਰਿਟੀ ਏਜੰਸੀ ਦੇ ਨਾਲ ਸਾਡੇ ਅੱਛੇ ਲਿੰਕ ਸੀਗੇ ਤਾਂ ਅਸੀਂ ਕਰਕੇ ਇਹਨਾਂ ਨੂੰ ਕੰਪਨੀ, ਇਹਦੀ ਦੂਸਰੀ ਕੰਪਨੀ ਜਿਹੜੀ ਟੋਲ ਪਲਾਜ਼ਾ ਦੀ ਜਿਹੜੀ ਕੰਪਨੀ ਸੀ, ਹਾਲਾਂਕਿ ਟੋਲ ਪਲਾਜ਼ਾ ਚੱਲਿਆ ਨਹੀਂ ਸੀਗਾ ਉਦੋਂ, ਪਰ ਫਿਰ ਵੀ ਟੋਲ ਪਲਾਜ਼ਾ ਦੀ ਜਿਹੜੀ ਕੰਪਨੀ ਆ ਉਸ ਕੰਪਨੀ ਦੇ ਵੀ ਸ਼ਿਫਟ ਕਰਵਾਤਾ ਸੀ ਇਹਨਾਂ ਦਾ, ਪਾਰਟਿਕੂਲਰਲੀ ਸਿਕਿਉਰਿਟੀ ਦਾ ਜਿਹੜਾ ਸਾਡਾ ਸੀਗਾ। ਕਿਉਂਕਿ ਬਾਕੀ ਤਾਂ ਕੰਸਟਰਕਸ਼ਨ ਕੰਪਨੀ ਸੀਗੀ ਤੇ ਕੰਸਟਰਕਸ਼ਨ ਦੇ ਵੈਂਡਰ ਸੀਗੇ ਜਿਹੜੇ ਕਿ ਵੀ ਮਟੀਰੀਅਲ ਸਪਲਾਈ ਆ ਜਾਂ ਕੁਝ ਵੀ ਜੈਸਾ ਸੀਗਾ ਉਹਨਾਂ ਦਾ ਐਗਰੀਮੈਂਟ ਸੀਗੇ। ਤਾਂ ਹੁਣ NCLT 'ਚ ਕੇਸ ਹੈ ਜਿਹਦੀ ਵਜ੍ਹਾ ਨਾਲ ਉਸ ਟਾਈਮ ਪੀਰੀਅਡ ਦਾ ਜਿਹੜਾ ਪੇਮੈਂਟ ਸੀ ਇਹਦਾ ਉਹ ਵੀ ਥੋੜ੍ਹਾ ਬਹੁਤ ਇਹਨੂੰ ਬਾਅਦ 'ਚ ਮਿਲਿਆ ਵੀ ਹੈ, ਉਸੀ ਜੋ ਮਿਲੀ ਵੀ ਜਾਂਦਾ ਸੀਗਾ ਹੁਣ ਤੱਕ। ਲੇਕਿਨ ਇਹ ਹੈ ਕਿ ਵੀ ਉਹਦਾ ਹੀ ਪੇਮੈਂਟ ਥੋੜ੍ਹਾ ਬਹੁਤ ਬਾਕੀ ਸੀਗਾ। ਪਲੱਸ ਫਿਰ ਸਾਨੂੰ ਉਮੀਦ ਸੀਗੀ ਵੀ ਜਿਵੇਂ ਪਿਛਲੇ ਸਾਲ ਜਨਵਰੀ ਦੇ ਵਿੱਚ ਅਸੀਂ ਇਹਨਾਂ ਦੇ ਲੁਧਿਆਣਾ ਤਲਵੰਡੀ ਟੋਲ ਰੋਡ ਦਾ ਇਹਦੇ ਵੀ ਸ਼ਿਫਟ ਕਰਵਾਤਾ ਸੀ ਇਹਨੂੰ ਵੀ ਚੱਲ ਵੀ ਉੱਧਰ ਉਹ ਕੰਪਨੀ NCLT ਚਲੀ, ਕਿਉਂਕਿ NCLT ਜਾਣ ਤੋਂ ਬਾਅਦ ਉਹ ਸਭ ਬਲੌਕ ਹੋ ਜਾਂਦਾ, ਅਕਾਊਂਟਸ ਸੀਜ਼ ਹੋ ਜਾਂਦੇ, RP ਦੇ ਅੰਡਰ ਆ ਜਾਂਦਾ ਸਾਰਾ ਕੁਝ, ਤੇ ਉਹ ਹੀ ਡਿਸਾਈਡ ਕਰਦਾ ਹੈ, ਠੀਕ ਹੈ ਨਾ। ਤੇ ਹੁਣ ਇਹ ਹੈ ਕਿ ਵੀ ਲੁਧਿਆਣਾ ਤਲਵੰਡੀ ਟੋਲ ਰੋਡ ਦਾ ਜਿਹੜਾ ਹੈਗਾ ਉਹ ਸਤੰਬਰ ਦੇ ਵਿੱਚ ਟੋਲ ਪਲਾਜ਼ਾ ਸ਼ੁਰੂ ਹੋਇਆ ਸੀ ਸਾਡਾ, ਤੇ 5 ਦਿਨ ਚੱਲਿਆ ਟੋਟਲ ਟੋਲ ਪਲਾਜ਼ਾ, 5ਵੇਂ ਦਿਨ ਤਾਂ ਬੰਦ ਹੋ ਗਿਆ ਸੀਗਾ। ਦੀਪਕ ਜੀ ਤੁਸੀਂ ਇੱਥੇ ਬੈਠੇ ਹੋ, ਤੁਸੀਂ ਦੱਸੋ ਤਨਖਾਹ ਲੈਣੇ ਕੋ ਨਹੀਂ ਲੈਂਦੇ? ਇਮਾਨਦਾਰ ਦੱਸੋ ਮਹੀਨੇ ਬਾਅਦ ਤਨਖਾਹ ਲੈਣੇ ਕੋ ਨਹੀਂ ਲੈਂਦੇ? देखिए ऐसा है कि सैलरीज हले सब दी डिलेड है जी, हर एम्प्लॉय ਦੀ ਸੈਲਰੀ ਡਿਲੇਡ ਹੈ ਇਸ ਪ੍ਰੋਜੈਕਟ। ਡਿਲੇ ਹੋਣੀ ਅਲੱਗ ਗੱਲ ਹੈਗੀ ਆ, 40-42 ਲੱਖ ਰੁਪਈਆ ਬਹੁਤ ਵੱਡੀ ਅਮਾਊਂਟ ਹੁੰਦੀ ਆ। ਸੋ ਜਸਵਿੰਦਰ ਸਿੰਘ ਦਾ ਕਹਿਣਾ ਵੀ ਮੈਂ ਕਰਜ਼ਾ ਚੁੱਕ ਲਿਆ ਵਾ, ਵਿਆਜ ਮੈਂ ਭਰਦਾ ਪਿਆ, ਇੰਨੇ ਮੈਨੂੰ ਹੁਣ ਬਚਦੇ ਜਿੰਨੇ ਮੈਂ ਘਰੋਂ ਫੂਕ ਰਿਹਾ ਵਾਂ। ਡੀਜ਼ਲ ਤੱਕ ਜਿਹੜਾ ਉੱਥੇ ਕੰਪਨੀ ਨੇ ਬੰਦ ਕਰ ਦਿੱਤੀ, ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਤੋਂ ਹੀ ਵਾਂਝੇ ਹੈਗੇ ਨੇ। ਮੁੰਡੇ ਨੂੰ ਉੱਥੇ ਕਿਸੇ ਨੂੰ ਸੱਪ ਲੜ ਗਿਆ ਵਾ, ਕਿਸੇ ਦੇ ਉੱਤੇ ਕੋਈ ਜੀਵ ਜੰਤੂ ਉੱਦਾਂ ਹਮਲਾ ਕਰਦਾ, ਵੱਡੀਆਂ ਸਮੱਸਿਆਵਾਂ ਨੇ। ਸਮੱਸਿਆ ਹੈਗੀਆਂ ਜੀ, ਕਿਉਂਕਿ ਦੇਖੀਏ ਮੇਨਟੇਨੈਂਸ ਨਹੀਂ ਹੋ ਰਹੀ ਉੱਥੇ। ਪ੍ਰੋਬਲਮ ਇਹ ਹੈ ਕਿ ਜਦੋਂ ਉਹ ਐਕਚੁਅਲ ਜੋ ਸਾਰਾ ਦਾ ਸਾਰਾ ਜੋ ਉੱਥੇ ਕੁਝ ਵੀ ਅਸੀਂ ਛੇੜਖਾਨੀ ਨਹੀਂ ਕਰ ਸਕਦੇ, ਕਿਉਂਕਿ RP ਦੇ ਅੰਡਰ ਆਉਂਦਾ, ਉਹ ਅਸੀਂ ਐਂਟਰੀ ਵੀ ਨਹੀਂ ਕਰ ਸਕਦੇ ਉੱਥੇ, ਕਿਉਂਕਿ ਰਿਸਟ੍ਰਿਕਟਿਡ ਜ਼ੋਨ ਹੋ ਗਿਆ ਹੁਣ ਸਾਡੇ ਵਾਸਤੇ। RP ਕੇਸ ਦੀ ਵਜ੍ਹਾ, ਕੋਰਟ ਦੇ ਆਰਡਰ ਦੀ ਵਜ੍ਹਾ ਨਾਲ ਅਸੀਂ ਨਹੀਂ ਜਾ ਸਕਦੇ ਕਿਤੇ ਵੀ ਉੱਥੇ ਅਸੀਂ ਕੁਝ ਕਰਵਾ ਨਹੀਂ ਸਕਦੇ, ਕੁਝ ਵੀ ਅਪਡੇਟ ਨਹੀਂ ਕਰ ਸਕਦੇ। ਸਿਕਿਉਰਿਟੀ ਏਜੰਸੀ ਦਾ ਅਸੀਂ ਜੋ ਹੈ ਹੁਣ ਇਸ ਦੇ ਵਿਚਾਲੇ ਇਹਨਾਂ ਨੂੰ ਵੀ ਅਸੀਂ ਕਿਹਾ ਸੀਗਾ ਕਿ ਬਈ ਠੀਕ ਹੈ, ਇਹਨਾਂ ਨੂੰ ਕੰਪਨੀ ਦੀ ਹਾਲਤ ਚੰਗੀ ਤਰ੍ਹਾਂ ਪਤਾ ਹੈ ਵੀ ਕੰਪਨੀ ਦੀ ਕੀ ਕੰਡੀਸ਼ਨ ਚੱਲ ਰਹੀ ਹੈ। ਅਸੀਂ ਸਕੋਪ ਵੀ ਰਿਡਿਊਸ ਕੀਤਾ ਇਸੀ ਵਜ੍ਹਾ ਨਾਲ ਵੀ ਚਲੋ ਵੀ ਜ਼ਿਆਦਾ ਲੋਡ ਨਾ ਪਵੇ ਕਿਸੇ 'ਤੇ ਵੀ, ਅਸੀਂ ਕਿਸੇ ਤਰੀਕੇ ਨਾਲ ਕੰਮ ਚਲਾ ਰਹੇ ਹਾਂ, ਮਿਨੀਮਮ ਰਿਸੋਰਸਿਸ ਦੇ ਨਾਲ ਕੰਮ ਚਲਾ ਰਹੇ ਹਾਂ ਅਸੀਂ। ਲੇਕਿਨ ਇਹ ਹੈ ਕਿ ਟੋਲ ਪਲਾਜ਼ਾ ਬੰਦ ਹੋਣ ਦੇ ਵਜ੍ਹਾ ਨਾਲ ਬਿਲਕੁਲ ਮਤਲਬ ਇੱਕ ਤਰ੍ਹਾਂ ਬੈਕਬੋਨ ਹੀ ਟੁੱਟ ਗਈ ਸਾਡੀ। ਦੇਖੋ ਦੀਪਕ ਜੀ, ਸਾਡਾ ਮੀਡੀਆ ਦਾ ਕੰਮ ਇਹ ਨਹੀਂ ਹੈਗਾ, ਦੇਖੋ ਦੀਪਕ ਜੀ ਸਾਡਾ ਮੀਡੀਆ ਦਾ ਮਕਸਦ ਇਹ ਨਹੀਂ ਹੈਗਾ ਅਸੀਂ ਗਏ ਖਬਰ ਚਲਾਈ ਆਪਣੀ ਵਾਵਾ ਖੱਟੀ, ਉਹ ਨਹੀਂ ਸਾਡਾ ਮਕਸਦ। ਇਹ ਆ ਕਿਸ ਤਰ੍ਹਾਂ ਮਸਲਾ ਉਹ ਹੱਲ ਹੋਵੇ ਨਾ। ਮਸਲਾ ਕਦੋਂ ਹੱਲ ਹੋਵੇ ਦੱਸੋ? ਦੇਖिए ਮਸਲਾ ਹੱਲ ਹੁੰਦਾ ਤਾਂ ਮੇਰੇ ਕੋਲੇ ਫਿਲਹਾਲ ਮੈਂ ਨਹੀਂ ਕੁਝ ਦੱਸ ਸਕਦਾ, ਕਿਉਂਕਿ ਆਈ ਐਮ ਨਾਟ ਦਾ ਡਿਸੀਜਨ ਮੇਕਿੰਗ ਅਥਾਰਟੀ। ਉੱਪਰ ਤਾਂ ਤੁਹਾਡੀ ਗੱਲ ਹੁੰਦੀ ਹੋਣੀ, ਤੁਸੀਂ ਇੱਥੇ ਹੈੱਡ ਹੈਗੇ। ਉੱਪਰ ਗੱਲ ਸਭ ਦੀ ਹੁੰਦੀ ਹੈ, ਮਤਲਬ ਐਸਾ ਨਹੀਂ ਹੈ। ਇਹ ਖੁਦ ਵੀ ਜਸਵਿੰਦਰ ਜੋ ਹੈ ਉਹ ਰੈਗੂਲਰ ਟੱਚ ਦੇ ਵਿੱਚ ਹੈਗਾ, ਸਾਰਿਆਂ ਦੇ ਨਾਲ ਟੱਚ 'ਚ ਹੈਗਾ ਹੈ, ਠੀਕ ਹੈ ਨਾ। ਤੇ ਹੁਣ ਇੱਥੇ ਸਾਡਾ ਕੰਮ ਇਹ ਹੈ ਕਿ ਵੀ ਜੋ ਇਨਫੋਰਮੇਸ਼ਨ ਸਾਈਟ ਦੀ ਕਰੰਟ ਸਿਚੁਏਸ਼ਨ ਹੈਗੀ ਹੈ ਉਹ ਇਨਫੋਰਮੇਸ਼ਨ ਨਾਲ ਮੈਨੇਜਮੈਂਟ ਅਪਡੇਟਿਡ ਹੈ। ਕਰੰਟ ਤਾਂ ਇਹ ਆ ਵੀ ਉਹਨੂੰ ਡੀਜ਼ਲ ਨਹੀਂ ਮਿਲਦਾ ਪਿਆ, ਉਹਨੂੰ ਸੱਪ ਲੜਦਾ ਵਾ, ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਨੇ। ਤੁਸੀਂ ਉੱਪਰ ਦੱਸਿਆ ਕੰਪਨੀ ਨੂੰ, ਹੱਲ ਕਿਉਂ ਨਹੀਂ ਹੁੰਦਾ ਫਿਰ ਕੋਈ? ਡੀਜ਼ਲ ਵੀ ਬੰਦਾ ਪੱਲੋਂ ਪਵਾ ਰਿਹਾ ਜੀ। ਹੱਲ ਇਹ ਹੀ ਨਹੀਂ ਹੋ ਰਿਹਾ ਡੀਜ਼ਲ ਇਹਨਾਂ ਨੂੰ ਵੀ, ਉਹ ਵੀ ਅਸੀਂ ਜੋ ਹੈ ਰਿਕੁਐਸਟ ਆਪਸਰੀ ਦੇ ਵਿੱਚ ਅੰਡਰਸਟੈਂਡਿੰਗ ਕੀਤੀ ਸੀ ਕਿ ਵੀ ਠੀਕ ਹੈ ਵੀ ਹੋ ਸਕਦਾ ਹੈ ਕਿ ਟੋਲ ਆਪਣਾ 1-2 ਮਹੀਨੇ ਚੱਲ ਜੇ ਵੀ। ਟਿਲ ਦੈਟ ਟਾਈਮ ਕੰਪਨੀ ਕੋਲੇ ਪੇਮੈਂਟ ਨਹੀਂ ਆ ਰਹੀ 1 ਰੁਪਏ ਦੀ ਵੀ, ਕੋਈ ਸੋਰਸ ਨਹੀਂ ਹੈ। ਔਰ ਇੰਟਰਸਟ ਜੋ ਹੈ ਬੈਂਕ ਲੋਨ ਹੈ ਸਾਰਾ, ਇਹਦੇ ਉੱਤੇ ਲੋਨ ਦਾ ਇੰਟਰਸਟ ਸਭ ਉਸ 'ਤੇ ਵੀ ਸ਼ਾਇਦ ਡਿਫਾਲਟਰ ਹੋ ਗਈ ਹੋਣੀ ਕੰਪਨੀ, ਕਿਉਂਕਿ ਪਿਛਲੇ 5 ਮਹੀਨੇ ਤੋਂ ਕੁਝ ਨਹੀਂ ਆ ਰਿਹਾ ਇੱਥੇ। ਇੱਕ ਸਿੰਗਲ ਪੈਨੀ ਵੀ ਇੰਕਰੀਮੈਂਟ ਜੋ ਹੈ ਇਨਕਮ ਨਹੀਂ ਹੈਗੀ ਇੱਥੇ। ਜਦੋਂ ਟੋਲ ਚੱਲਿਆ ਸੀਗਾ ਦਸੰਬਰ ਦੇ ਵਿੱਚ ਇਹਨਾਂ ਨੂੰ ਪੇਮੈਂਟ ਵੀ ਕੀਤੀ ਸੀਗੀ ਵੀ ਚਲੋ ਠੀਕ ਹੈ ਵੀ ਕੁਛ ਨਾ ਕੁਛ ਕੰਮ ਹੋਇਆ। ਉਹ ਤਾਂ ਅਕਤੂਬਰ ਤੱਕ ਦੀ ਸੈਲਰੀ ਸ਼ਾਇਦ ਇਹਨਾਂ ਨੇ ਅਕਤੂਬਰ ਜਾਂ ਨਵੰਬਰ ਦੀ ਸੈਲਰੀ ਇਹਨਾਂ ਨੇ ਕਲੀਅਰ ਕੀਤੀ ਸੀ ਉਦੋਂ। ਬਾਕੀ ਦੇ ਪੀਰੀਅਡ ਦਾ ਹੁਣ 3-4 ਮਹੀਨੇ ਦੀ ਹੁਣ ਦੁਬਾਰਾ ਤੋਂ ਹੋ ਗਈ ਹੈ। ਹੁਣ ਕੋਸ਼ਿਸ਼ ਇਹੀ ਜਾਰੀ ਹੈ ਸਾਡੀ ਤਾਂ ਕਿ ਵੀ ਅਸੀਂ ਕਰੀਏ, ਲੇਕਿਨ ਗੱਲ ਹੋਈ ਹੈ ਕਿ ਫੰਡਸ ਜੋ ਹੈ ਕੈਸ਼ ਫਲੋ ਜੋ ਹੈ ਜਬ ਤੱਕ ਨਹੀਂ ਹੋਊਗਾ। ਇਹਨਾਂ ਦੇ ਮਾਮਲੇ 'ਚ ਲਾਸਟ ਤੁਹਾਡੀ ਉੱਪਰ ਕਦੋਂ ਗੱਲ ਹੋਈ ਆ? ਕੀ ਕਹਿੰਦੇ ਨੇ ਉੱਪਰ ਅਧਿਕਾਰੀ? ਕਿਹੜੇ ਅਧਿਕਾਰੀ ਹੈਗੇ ਨੇ ਜਿਹੜੇ ਇਸ ਨੂੰ ਡੀਲ ਕਰਦੇ ਨੇ? ਕਿਹਦੇ ਨਾਲ ਤੁਹਾਡੀ ਗੱਲ ਹੋਈ ਹੈ ਤੇ ਲਾਸਟ ਕੀ ਕਿਹਾ ਉਹਨਾਂ ਨੇ? ਹੁਣ ਦੇਖिए ਲਾਸਟ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ,
1 ਵੀਕ ਦਾ ਟਾਈਮ ਲਿੱਤਾ। ਇਹਨਾਂ ਦੀ ਖੁਦ ਦੀ ਗੱਲ ਹੋਈ ਹੈ, ਸਪੀਕਰ ਫੋਨ ਤੇ ਅਸੀਂ ਸੀ, ਮੈਂ ਵੀ ਸੀਗਾ ਨਾਲ, ਇਹਨਾਂ ਦੇ ਬੈਠੇ ਸੀ, ਅਸੀਂ ਬੈਠੇ ਸੀ। ਕੱਲ ਹੋਈ ਸੀ ਗੱਲ, ਵੀ ਨਹੀਂ ਪਰਸੋਂ ਹੋਈ ਸੀਗੀ ਜੀ, ਪਰਸੋਂ ਗੱਲ ਹੋਈ ਸੀ ਲਾਸਟ ਸਾਡੀ, ਕੱਲ ਤਾਂ ਨਹੀਂ ਆਏ ਸੀਗੇ। ਤੇ ਉਹਨਾਂ ਨੇ ਇਹ ਕਿਹਾ ਸੀ ਕਿ ਹਫਤੇ ਤੱਕ ਦਾ ਟਾਈਮ ਦਿਓ, ਹਫਤੇ ਤੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕੁਛ ਨਾ ਕੁਛ ਹੋ ਜਾਏਗਾ, ਕਰਾਂਗੇ। ਅਸੀਂ ਆਪਣੇ ਗਾਰਡਸ ਵਾਪਸ ਲੈ ਕੇ ਜਾਣੇ ਨਹੀਂ, ਮਜਬੂਰ ਆ ਅਸੀਂ ਇਸ ਗੱਲੋਂ, ਕਿਉਂਕਿ ਉਹ ਜਾਣ ਨੂੰ ਤਿਆਰ ਬੈਠੇ ਨੇ ਉੱਥੋਂ, ਉਹ ਜਾਣ ਨੂੰ ਤਿਆਰ ਨੇ, ਹੋਰ ਕੀ ਹੋਰ ਖੁਦਕੁਸ਼ੀ ਕਰਨ ਨੂੰ ਤਿਆਰ ਬੈਠੇ ਨੇ। ਹੁਣ ਕੈਮਰਾ ਬੰਦੇ ਨੇ ਇਹ ਕਿਹਾ ਵੀ ਮੈਂ ਉੱਥੋਂ ਜਾ ਕੇ ਕੋਈ ਗਲਤ ਕਦਮ ਚੱਕ ਲੈਣਾ, ਰੱਸਾ ਜਿਹੜਾ ਗਲ 'ਚ ਪਾਉਣਾ, ਹਾਲਾਂਕਿ ਅਸੀਂ ਉਹਨੂੰ ਰੋਕਿਆ ਵੀ ਇਸ ਚੀਜ਼ ਦਾ ਹੱਲ ਨਹੀਂ ਹੈਗਾ। ਸੋ ਹਾਲਾਤ ਇੱਥੋਂ ਤੱਕ ਆਏ ਹੋਏ ਨੇ। ਦੇਖੀਏ, ਅਸੀਂ ਵੀ ਉਹਨਾਂ ਨੂੰ ਬਹੁਤ ਸਮਝਾਇਆ ਸੀ, ਇੱਥੇ ਆਏ ਸੀ ਕਿ ਮੁੰਡੇ ਮੇਰੇ ਕੋਲੇ ਵੀ ਆਏ ਸੀ, ਮੈਂ ਵੀ ਉਹਨਾਂ ਦੇ ਨਾਲ ਪਰਸੋਂ ਅਸੀਂ ਇੱਥੇ 12 ਵਜੇ ਤੱਕ ਅਸੀਂ ਇੱਥੇ ਹੀ ਸੀਗੇ ਰਾਤ ਨੂੰ ਵੀ, ਠੀਕ ਹੈ। ਉਹਨਾਂ ਦੇ ਇਸੇ ਕਰਕੇ ਉਹਨਾਂ ਦੇ ਨਾਲ ਸੀਗੇ ਵੀ ਸਾਡੀ ਇੰਟੈਂਸ਼ਨ ਇਹ ਨਹੀਂ ਹੈਗੀ ਵੀ ਅਸੀਂ ਕਿਸੇ ਦਾ ਪੈਸਾ ਮਾਰਨਾ ਹੈ ਜਾਂ ਕਿਸੇ ਨੂੰ ਨਹੀਂ ਦੇਣਾ ਜਾਂ ਕਿਸੇ ਦਾ ਹੱਕ ਮਾਰਨਾ ਹੈ। ਇਸੇ ਕਰਕੇ ਅਸੀਂ ਜਿਵੇਂ ਉਹਨਾਂ ਨੂੰ ਆਪਣੇ ਮਤਲਬ ਆਪਣੇ ਜਿਵੇਂ ਛੋਟੇ ਭਰਾ ਵਕਣ ਹੀ ਸਮਝਾਇਆ ਸਭ ਨੂੰ ਅਸੀਂ ਵੀ ਠੀਕ ਹੈ, ਸਾਨੂੰ ਵੀ ਪਤਾ ਇਸ ਗੱਲ ਦਾ ਵੀ ਰਿਸੋਰਸਿਸ ਦੀ ਕਮੀ ਹੈ ਇਸ ਟਾਈਮ ਤੇ, ਔਰ ਕੋਸ਼ਿਸ਼ ਵੀ ਕਰ ਰਹੇ ਹਾਂ ਅਸੀਂ ਕੋਈ ਐਸਾ ਜ਼ਰੀਆ ਐਸਾ ਛੱਡਿਆ ਨਹੀਂ ਹੋਇਆ ਜਿਸ ਜ਼ਰੀਏ ਨਾਲ ਅਸੀਂ ਮੈਨੇਜਮੈਂਟ ਨੂੰ ਅਪਰੋਚ ਨਾ ਕਰੀਏ। ਸਰ ਤੁਸੀਂ ਕਹਿੰਦੇ ਹੋ ਕੰਪਨੀ ਕੋਲ ਪੈਸੇ ਨਹੀਂ ਹੈਗੇ, ਫੰਡ ਨਹੀਂ ਹੈਗੇ, ਸਾਨੂੰ ਇਹ ਪਤਾ ਲੱਗਿਆ ਵਾ ਤੁਸੀਂ ਇਸ ਟੋਲ ਪਲਾਜ਼ੇ ਉੱਤੇ ਇੱਕ ਨਵੀਂ ਕੰਪਨੀ ਹੈ ਜਿਹੜੀ ਸਿਕਿਉਰਿਟੀ ਏਜੰਸੀ ਆ, ਉਹਦੇ ਬੰਦੇ ਰੱਖੇ ਹੋਏ ਨੇ। ਜੇ ਪੈਸਾ ਹੈ ਨਹੀਂ, ਬੰਦੇ ਕਿੱਥੋਂ ਰੱਖੇ? ਨਹੀਂ, ਉਹ ਨਹੀਂ ਹੈਗਾ ਐਸਾ। ਇੱਥੇ ਕੌਣ ਸਿਕਿਉਰ ਕਰਦਾ ਜੀ ਫਿਰ? ਇੱਥੇ ਕੀ ਹੈ, ਇਸ ਟੋਲ ਪਲਾਜ਼ਾ ਦੇ ਆਪਰੇਸ਼ਨ ਦਾ ਐਗਰੀਮੈਂਟ ਥਰਡ ਪਾਰਟੀ ਕਰਦੀ ਹੈ। ਆਪਰੇਸ਼ਨ ਮੈਨ ਪਾਵਰ ਰਿਸੋਰਸਿਸ ਜੋ ਹੈ, ਜਦੋਂ ਇਹ ਟੋਲ ਪਲਾਜ਼ਾ ਚੱਲਿਆ ਸੀ ਤਾਂ ਟੋਲ ਪਲਾਜ਼ਾ ਕੋਈ ਵੀ ਕੰਪਨੀ ਚਲਾਉਂਦੀ ਹੈ, ਕੰਪਨੀ ਆਪਦੀ ਇੰਪਲੋਇਮੈਂਟ ਨਹੀਂ ਰੱਖਦੀ, ਕੰਪਨੀ ਆਊਟਸੋਰਸ ਕਰ ਦਿੰਦੀ ਹੈ ਉਸਨੂੰ। ਤਾਂ ਟੋਲ ਆਪਰੇਸ਼ਨ ਦੀ ਟੀਮ ਜੋ ਹੈ, ਉਹ ਟੋਲ ਆਪਰੇਸ਼ਨ ਦੀ ਟੀਮ ਦੇ ਵਿੱਚ ਹਰ ਤਰ੍ਹਾਂ ਦੇ EMPLOYEES ਹੁੰਦੇ ਉਹਨਾਂ ਕੋਲੇ, ਤਾਂ ਉਹ ਥਰਡ ਪਾਰਟੀ ਨੂੰ ਇਸ ਟੋਲ ਆਪਰੇਸ਼ਨ ਦੇ ਵਾਸਤੇ ਉਹਦੇ ਵਿੱਚ ਸਿਕਿਉਰਿਟੀ ਗਾਰਡ ਵੀ ਆਉਂਦੇ ਆ, ਉਹਦੇ ਵਿੱਚ ਸਵੀਪਰ ਵੀ ਆਉਂਦੇ ਆ, ਹਰ ਟੀਮ ਮੈਂਬਰ ਆਉਂਦਾ ਉਹਦੇ ਵਿੱਚ, ਉਹ ਥਰਡ ਪਾਰਟੀ ਨੂੰ ਐਸਡੀ ਸੌਂਪ ਦਿੱਤਾ ਜਾਂਦਾ ਹੈ ਇੱਕ ਪਾਰਟੀ। ਤਾਂ ਉਸ ਦੇ ਅੰਡਰ ਅਰੇਂਜਮੈਂਟ ਦੇ ਅੰਡਰ ਹੀ ਇਹ ਚੀਜ਼ਾਂ ਹੋਈਆਂ ਸੀਗੀਆਂ। ਐਸਾ ਨਹੀਂ ਹੈ ਕਿ ਸੈਪਰੇਟਲੀ ਇਹਨਾਂ ਨੂੰ ਕਰਕੇ, ਜਾਂ ਅਗਰ ਤੁਹਾਨੂੰ ਕਿਸੇ ਨੇ ਦੱਸਿਆ ਤਾਂ ਇਹ ਗਲਤ ਹੈ ਕਿ ਵੀ ਇਹਨਾਂ ਨੂੰ ਕਰਕੇ ਇਹਨਾਂ ਨੂੰ ਹਟਾ ਕੇ ਜਾਣਬੁੱਝ ਕੇ ਉਹ ਕੀਤਾ। ਉਹਦਾ ਟੋਲ ਆਪਰੇਸ਼ਨ ਦੀ ਟੀਮ ਜਿਹੜੀ ਰੱਖੀ ਜਾਂਦੀ ਹੈ, ਉਹਦੇ ਵਿੱਚ ਸਾਰਾ ਕੁਝ ਆਉਂਦਾ ਹੈ। ਚਲੋ ਹਫਤਾ ਪਹਿਲਾਂ ਇਹਨਾਂ ਦੀ ਗੱਲ, ਕੱਲ ਪਰਸੋਂ ਗੱਲ ਹੋਈ ਹੈ, ਹਫਤੇ ਦਾ ਟਾਈਮ ਦਿੱਤਾ ਵਾ। ਅਸੀਂ ਆਸ਼ਾ ਕਰਦੇ, ਉਮੀਦ ਕਰਦੇ ਹਾਂ ਵੀ ਹਫਤੇ ਇਹਨਾਂ ਦੀ ਪੇਮੈਂਟ ਕਲੀਅਰ ਹੋਵੇ, ਸਾਨੂੰ ਪੈਸੇ ਮਤਲਬ ਪੈਸੇ ਦੀ ਜ਼ਰੂਰਤ ਹੈਗੀ ਆ। ਪਰ ਜੋ ਤਾਜ਼ਾ ਕੰਡੀਸ਼ਨ ਹੈਗੀ, ਜੋ ਤੁਹਾਨੂੰ ਮੈਂ ਦੱਸਿਆ, ਬੰਦਾ ਖੁਦਕੁਸ਼ੀ ਕਰਨ ਨੂੰ ਤਿਆਰ ਹੋ ਗਿਆ ਵਾ, ਇਹ ਗੱਲ ਤੁਸੀਂ ਉੱਪਰ ਕੰਪਨੀ ਤੱਕ ਪਹੁੰਚਾਓਗੇ ਵੀ ਹਾਲਾਤ ਇੱਥੋਂ ਤੱਕ ਆ ਗਏ ਨੇ? ਸਰ ਆਲਰੇਡੀ ਇਹ ਗੱਲ ਇਨਫੋਰਮੇਸ਼ਨ ਆਲਰੇਡੀ ਕੰਪਨੀ ਨੂੰ ਭੇਜ ਚੁੱਕਿਆ ਸੀ, ਉੱਪਰ ਦੱਸ ਚੁੱਕਿਆ, ਮੈਂ ਗੱਲ ਵੀ ਕਰ ਚੁੱਕਿਆ। ਹੁਣ ਜਿਹੜੀ ਮੈਨੇਜਮੈਂਟ, ਟੌਪ ਮੈਨੇਜਮੈਂਟ ਦੇ ਵਿੱਚ ਹੁਣ ਇਹੀ ਹੈ ਕਿ ਵੀ ਅਸੀਂ ਇੰਨਾ ਵੀ ਨਹੀਂ ਉਹ ਕਰ ਸਕਦੇ, ਹਰ ਟਾਈਮ ਵੀ ਅਸੀਂ ਗੱਲ ਨਹੀਂ ਕਰ ਸਕਦੇ। ਅਸੀਂ ਉਹਨਾਂ ਨੂੰ ਮੇਰੇ ਥਰੂ ਜੋ ਹੈ, ਥਰੂ ਮੇਲ ਵੀ ਹੈ, ਥਰੂ WhatsApp ਵੀ ਹੈ, ਹਰ ਚੀਜ਼ ਜਿਹੜੇ ਮੀਡੀਆ ਹੈਗੇ ਆਪਣੇ ਕੋਲ, ਉਹਨਾਂ ਦੇ ਨਾਲ ਇਨਫੋਰਮੇਸ਼ਨ ਭੇਜ ਚੁੱਕਿਆ ਮੈਂ ਆਲਰੇਡੀ। ਉਹਨਾਂ ਨੂੰ ਇਨਫੋਰਮ ਕਰ ਚੁੱਕਿਆ ਵੀ ਕੰਡੀਸ਼ਨ ਇੱਥੇ ਕ੍ਰਿਟੀਕਲ ਹੈ, ਵੀ ਜਲਦੀ ਤੋਂ ਜਲਦੀ ਸਟੈਪ ਜੋ ਹੈ ਉਹ ਲੈਣ ਦੀ ਲੋੜ ਹੈ। ਥੈਂਕ ਯੂ ਜੀ। ਥੈਂਕ ਯੂ। ਸੋ ਇਹ ਸਨ ਦੀਪਕ ਜੈਨ, ਜਿਹੜੇ ਇਸ ਕੰਪਨੀ ਦੇ ਜਿਹੜੇ ਲੁਧਿਆਣਾ ਤਲਵੰਡੀ ਜਿਹੜਾ ਟੋਲ ਹੈ, ਟੋਲ ਪ੍ਰਾਈਵੇਟ ਲਿਮਟਿਡ ਕੰਪਨੀ, ਉਹਦੇ ਐਡਮਿਨ ਅਧਿਕਾਰੀ ਹੈਗੇ ਨੇ ਜੋ ਇੱਥੇ ਮੁੱਲਾਪੁਰ ਬਹਿੰਦੇ ਨੇ। ਸੋ ਉਹਨਾਂ ਦਾ ਕਹਿਣਾ ਵੀ ਵਾਰ-ਵਾਰ ਜੋ ਕੰਡੀਸ਼ਨ, ਤਾਜ਼ਾ ਕੰਡੀਸ਼ਨ ਹੈ, ਵਾਰ-ਵਾਰ ਕੰਪਨੀ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਕੋਲ ਪਹੁੰਚਾ ਰਹੇ ਨੇ। ਕੰਪਨੀ ਕੋਲ ਸੋਰਸਸ ਦੀ ਕਮੀ ਦੱਸ ਰਹੇ ਨੇ, ਫੰਡਾਂ ਦੀ ਕਮੀ ਕਰਕੇ ਦੱਸ ਰਹੇ ਨੇ, ਪਰ ਇਸ ਬਹਾਨੇ ਨਾਲ ਉਹਨਾਂ ਲੋਕਾਂ ਦਾ ਢਿੱਡ ਕਿੱਥੋਂ ਭਰੇਗਾ ਜਦੋਂ 4 ਮਹੀਨੇ ਤਨਖਾਹ ਨਹੀਂ ਮਿਲੇ, ਜਿਹੜੇ ਆਪਣੇ ਚਾਚੇ ਤਾਏ, ਆਂਢ ਗੁਆਂਢ, ਯਾਰਾਂ ਮਿੱਤਰਾਂ ਤੋਂ ਪੈਸੇ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਬਸਰ ਕਰਦੇ ਨੇ, ਹੋਰ ਤਾਂ ਹੋਰ ਖੁਦਕਸ਼ੀ ਕਰਨ ਨੂੰ ਤਿਆਰ ਬੈਠੇ ਨੇ। ਹਾਲਾਂਕਿ ਅਸੀਂ ਉਹਨੂੰ ਸਮਝਾਇਆ ਵੀ ਇਹ ਉਸ ਚੀਜ਼ ਦਾ ਹੱਲ ਨਹੀਂ ਹੈਗਾ। ਸੋ ਗੱਲ ਕਰਦੇ ਨੇ ਵੀ ਗੱਲ ਕੱਲ ਪਰਸੋਂ ਹੋਈ ਹੈ ਕੰਪਨੀ ਦੇ ਉੱਚ ਅਧਿਕਾਰੀ ਨਾਲ, ਹਫਤੇ ਦੇ ਵਿੱਚ ਜਿਹੜਾ ਮੈਟਰ ਹੈ ਇਹ ਸੋਲਵ ਹੋ ਜਾਏਗਾ। ਸੋ ਦੇਖਦੇ ਹਾਂ ਵੀ ਜਿਹੜਾ ਹਫਤੇ ਦੇ ਵਿੱਚ ਟਾਈਮ ਹੈ, ਮਾਮਲਾ ਸੋਲਵ ਹੁੰਦਾ ਜਾਂ ਨਹੀਂ ਹੁੰਦਾ। ਸੋ ਦੁਬਾਰਾ ਅਸੀਂ ਇਸ ਮਾਮਲੇ ਤੇ ਆਵਾਂਗੇ, ਕਿਉਂਕਿ ਇੱਕ ਕਰੋਨਾ ਮਹਾਮਾਰੀ ਹੈ, ਕਿਸਾਨ ਜਥੇਬੰਦੀ ਐਜੀਟੇਸ਼ਨ ਹੈ, ਹਰ ਪਾਸੇ ਕਿਤੇ ਨਾ ਕਿਤੇ ਜਾ ਕੇ ਕ੍ਰਾਈਸਿਸ ਵਿੱਚ ਹਰ ਕੋਈ ਹੈਗਾ। ਪਰ ਵੱਡੀਆਂ ਕੰਪਨੀਆਂ ਦੇ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ, ਬਹਾਨੇ ਜਿੰਨੇ ਮਰਜ਼ੀ ਕੰਪਨੀਆਂ ਵਾਲੇ ਮਾਰ ਜਾਣ, ਜਿਹੜੇ ਲੋਕਾਂ ਦੇ ਵਿੱਚ ਜਿਹੜੇ ਲੋਕਾਂ ਦਾ ਖਰਚਾ ਹੈ ਉਹ ਪੈਸੇ ਨਾਲ ਹੀ ਚੱਲਣਾ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅਮਰਪਾਲ ਨਾਲ, ਦੇਖਦੇ ਰਹੋ ਪ੍ਰਾਈਮ ਉਦੇ। ਸਤਿ ਸ਼੍ਰੀ ਅਕਾਲ।